ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 4 ਜਨਵਰੀ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਆ। ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਹੇਠ ਅਤੇ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਹੈ। ਬੜੀ ਚਰਚਾ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਟਾਰੇ ਦੇ ਵਿੱਚ ਕਾਫੀ ਕੁਝ ਪੰਜਾਬ ਦੇ ਲਈ ਭਰ ਕੇ ਲਿਆ ਰਹੇ ਨੇ ਤੇ ਉਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਕੈਬਨਿਟ ਦੀ ਜਿਹੜੀ ਬੈਠਕ ਹੋਣ ਵਾਲੀ ਹੈ ਉਸ ਦੇ ਵਿੱਚ ਸਰਕਾਰ ਵੀ ਕਈ ਐਲਾਨ ਵੱਡੇ ਕਰ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਕਿਸਾਨਾਂ ਦਾ ਕਰਜ਼ਾ ਮਾਫ ਕੀਤੇ ਜਾਣ ਦੀ ਚਰਚਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਚੰਨੀ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਕਰਕੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਚਿੱਤ ਕਰ ਸਕਦੀ ਹੈ। ਕੈਬਨਿਟ ਮੀਟਿੰਗ ਦੇ ਨਾਲ ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ ਵੀ ਅੱਜ ਹੋਵੇਗੀ ਤੇ ਪੰਜਾਬ ਦੇ ਡੀਜੀਪੀ ਦੀ ਚੋਣ ਲਈ ਯੂਪੀਐਸਸੀ ਦੀ ਮੀਟਿੰਗ ਵੀ ਅੱਜ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕੱਲ ਦਿੱਲੀ ਰਵਾਨਾ ਹੋ ਗਏ ਸੀ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਮੀਟਿੰਗ ਹੋਣੀ ਸੀ ਪਰ ਸੂਬਾ ਸਰਕਾਰ ਵੱਲੋਂ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਸੂਚੀ ਦੇ ਵਿਵਾਦ ਕਾਰਨ ਇਹ ਰੱਦ ਕਰ ਦਿੱਤੀ ਗਈ ਸੀ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦਾਅਵਾ ਕਰ ਰਹੇ ਨੇ ਕਿ ਉਹ ਪੰਜਾਬ ਦੇ ਨੌਜਵਾਨਾਂ ਦੇ ਲਈ ਵੱਡੀ ਸੌਗਾਤ ਦਾ ਐਲਾਨ ਕਰਨਗੇ। ਦੁਪਹਿਰੇ 1 ਵਜੇ ਮੁੱਖ ਮੰਤਰੀ ਚੰਨੀ LPU ਯਾਨੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਪਹੁੰਚ ਕੇ ਕੋਈ ਵੱਡਾ ਐਲਾਨ ਕਰਨ ਦਾ ਦਾਅਵਾ ਕਰ ਰਹੇ ਨੇ। ਇਸ ਤੋਂ ਪਹਿਲਾਂ ਹੀ ਅੱਜ ਸਵੇਰੇ 9 ਵਜੇ ਮੁਰਿੰਡਾ ਦੀ ਦਾਣਾ ਮੰਡੀ ਦੇ ਵਿੱਚ ਪਹੁੰਚਣਗੇ ਮੁੱਖ ਮੰਤਰੀ ਚੰਨੀ। ਕਹਿ ਰਹੇ ਨੇ ਕਿ 53,000 ਤੋਂ ਵੱਧ ਵਰਕਰਾਂ ਦਾ ਮਸਲਾ ਇੱਥੇ ਹੱਲ ਹੋਵੇਗਾ। ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਦੀਆਂ ਬੀਬੀਆਂ ਦੇ ਲਈ ਵਾਅਦਿਆਂ ਦੀ ਝੜੀ ਲਾ ਦਿੱਤੀ ਤੇ ਸਿੱਧੂ ਦੇ ਐਲਾਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਤੰਜ ਵੀ ਕਸੇ ਨੇ, ਨਿਸ਼ਾਨੇ ਸਾਧੇ ਨੇ। ਪੁਰਾਣੀ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਕੱਸ ਕੇ ਕਿਹਾ ਜਾ ਰਿਹਾ ਹੈ ਕਿ ਸਟੈਂਡ ਸਾਈਕਲ ਦਾ ਵੀ ਹੁੰਦਾ ਹੈ ਪਰ ਸਿੱਧੂ ਦਾ ਕੋਈ ਸਟੈਂਡ ਨਹੀਂ। ਚੋਣ ਰੈਲੀਆਂ ਦੇ ਵਿੱਚ ਰੁੱਝੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਲੋਕ ਸਿੱਧੂ ਤੇ ਇਤਬਾਰ ਹੀ ਨਹੀਂ ਕਰਦੇ, ਯਕੀਨ ਹੀ ਨਹੀਂ ਕਰਦੇ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕੱਲ ਐਲਾਨ ਕੀਤਾ ਹੈ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਜਿਹੜੀਆਂ ਘਰ ਦੀਆਂ ਸੁਆਣੀਆਂ ਨੇ ਉਹਨਾਂ ਨੂੰ 2,000 ਰੁਪਏ ਮਹੀਨਾ ਦਿਆ ਕਰਾਂਗੇ, 8 ਸਿਲੰਡਰ ਮੁਫਤ ਦੇਵਾਂਗੇ। ਉਸ ਤੇ ਸੁਖਬੀਰ ਨੇ ਕਿਹਾ ਕਿ ਸਿੱਧੂ ਤੇ ਕੋਈ ਵੀ ਇਤਬਾਰ ਨਹੀਂ ਕਰਦਾ ਕਿਉਂਕਿ ਪਹਿਲਾਂ ਉਹ ਕਹਿੰਦੇ ਸੀ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਲੋਲੀਪੌਪ ਨੇ ਤੇ ਹੁਣ ਵੱਡੇ ਐਲਾਨ ਕਰਨ ਵਿੱਚ ਮੁੱਖ ਮੰਤਰੀ ਚੰਨੀ ਦਾ ਮੁਕਾਬਲਾ ਕਰ ਰਹੇ ਨੇ। ਕਹਿੰਦੇ ਜਦ ਕਿ ਸਿੱਧੂ ਚੰਗੀ ਤਰ੍ਹਾਂ ਜਾਣਦੇ ਨੇ ਕਿ ਵੱਡੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਸੋ ਇੱਥੇ ਜਿਹੜਾ ਸੁਖਬੀਰ ਬਾਦਲ ਨੇ ਇਹ ਬਿਆਨ ਦਿੱਤਾ ਹੈ ਕਿ ਵੱਡੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ, ਇਹ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਐਲਾਨਾਂ ਦੇ ਉੱਤੇ ਵੀ ਨਿਸ਼ਾਨਾ ਕੱਸ ਰਿਹਾ ਹੈ। ਯਾਨੀ ਕਿ ਆਪਣੀ ਸੱਚਾਈ ਹੈ ਜਿਹੜੀ ਸਿਆਸਤਦਾਨਾਂ ਦੀ ਸੱਚਾਈ ਹੈ ਜਾਂ ਸਰਕਾਰਾਂ ਦੀ ਸੱਚਾਈ ਸੁਖਬੀਰ ਬਾਦਲ ਦੱਸ ਰਹੇ ਨੇ ਕਿ ਵੱਡੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਸੁਖਬੀਰ ਬਾਦਲ ਸਿੱਧੂ ਤੇ ਨਿਸ਼ਾਨਾ ਸਾਧ ਰਹੇ ਨੇ ਤਾਂ ਪੰਜਾਬ ਦੇ ਡਿਪਟੀ CM ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ ਅਤੇ ਬਾਦਲ ਪਿਓ ਪੁੱਤ ਨੂੰ ਕੌਮ ਚੋਂ ਖਾਰਜ ਕਰਨ ਦੀ ਅਪੀਲ ਕੀਤੀ ਹੈ। ਸੁਖਜਿੰਦਰ ਰੰਧਾਵਾ ਨੇ ਬਾਦਲਾਂ ਦਾ ਜਿਹੜਾ ਪੰਥਕ ਇਕੱਠ ਸੱਦਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੱਦਿਆ ਗਿਆ ਸੀ, ਉਸ ਦੇ ਵਿੱਚ ਕੀਤੀ ਗਈ ਅਪੀਲ ਦੇ ਕੁਝ ਹਿੱਸੇ ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਜਥੇਦਾਰ ਦੇ ਵੱਲੋਂ ਪੰਥ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕੀਤੇ ਜਾਣ ਦੀ ਅਪੀਲ ਕਰਨਾ ਤਾਂ ਵਾਜਬ ਹੈ ਪਰ ਇਸ ਅਪੀਲ ਦੇ ਰਾਹੀਂ ਜੋ ਬਾਦਲ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਹੈ ਉਹਦੇ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਤਰਕ ਦਿੱਤਾ ਕਿ ਭਾਰਤੀ ਚੋਣ ਕਮਿਸ਼ਨ ਕੋਲ ਅਕਾਲੀ ਦਲ ਨੇ ਆਪਣਾ ਸੰਵਿਧਾਨ ਪੇਸ਼ ਕਰਕੇ ਆਪਣੇ ਆਪ ਨੂੰ ਪੰਥ ਤੋਂ ਵੱਖ ਕਰ ਲਿਆ ਸੀ। ਰੰਧਾਵਾ ਨੇ ਵੀ ਸਵਾਲ ਕੀਤਾ ਕਿ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਥੇਦਾਰ ਦੀ ਮੌਜੂਦਗੀ 'ਚ ਹੋਈਆਂ ਤਕਰੀਰਾਂ ਦੌਰਾਨ ਪੰਥ ਨੂੰ ਮਸੰਦਾਂ ਤੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਤੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਤੇ ਕਾਬਜ਼ ਰਹੇ ਕਿਹੜੇ ਮਸੰਦਾਂ ਨੇ ਡੇਰਾ ਮੁਖੀ ਨਾਲ ਸਾਂਝਾਂ ਪੁਗਾਈਆਂ ਤੇ ਬਠਿੰਡਾ ਅਦਾਲਤ ਵਿੱਚੋਂ ਕੇਸ ਖਾਰਜ ਕਰਾਉਣ ਲਈ 2012 ਵਿੱਚ ਖਾਰਜ ਰਿਪੋਰਟ ਭਰੀ ਗਈ। ਇਸੇ ਤਰ੍ਹਾਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਵੋਟਾਂ ਲਈਆਂ ਗਈਆਂ, ਡੇਰਾ ਮੁਖੀ ਦੀਆਂ ਫਿਲਮਾਂ ਚਲਾਈਆਂ ਗਈਆਂ। ਰੰਧਾਵਾ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਦੀ ਹੀ ਪੁਸ਼ਤ ਪਨਾਹੀ ਹੇਠ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਸਮੇਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰਕੇ ਡੇਰਾ ਮੁਖੀ ਨੂੰ ਮਾਫੀ ਦਿਵਾਈ ਗਈ। ਇਸ ਕਦਮ ਨੂੰ ਵਾਜਬ ਠਹਿਰਾਉਣ ਲਈ ਗੁਰੂ ਦੀ ਗੋਲਕ ਦਾ ਪੈਸਾ ਇਸ਼ਤਿਹਾਰਾਂ ਤੇ ਖਰਚ ਕੀਤਾ ਗਿਆ ਤੇ ਰੰਧਾਵਾ ਨੇ ਕਿਹਾ ਕਿ ਕੀ ਅਜਿਹਾ ਕੁਝ ਕਰਾਉਣ ਵਾਲੇ ਉਸ ਸਮੇਂ ਦੇ ਪਿਓ ਪੁੱਤ ਬਾਦਲ ਨਾਲੋਂ ਵੱਡਾ ਮਸੰਦ ਕੋਈ ਹੈ। ਸੋ ਰੰਧਾਵਾ ਨੇ ਬਾਦਲ ਪਿਓ ਪੁੱਤ ਨੂੰ ਕੌਮ ਚੋਂ ਖਾਰਜ ਕੀਤੇ ਜਾਣ ਦੀ ਜਥੇਦਾਰ ਨੂੰ ਅਪੀਲ ਕੀਤੀ ਹੈ ਪਰ ਰੰਧਾਵਾ ਦੀ ਇਸ ਅਪੀਲ ਦਾ ਕੀ ਨਤੀਜਾ ਨਿਕਲੇਗਾ, ਜਥੇਦਾਰ ਇਸ ਤੇ ਕੀ ਕਾਰਵਾਈ ਕਰਨਗੇ, ਉਹ ਸ਼ਾਇਦ ਸਭ ਨੂੰ ਪਤਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਨੇ। ਪੰਡਾਲ ਦੇ ਵਿੱਚ 1 ਲੱਖ ਕੁਰਸੀਆਂ ਲਾਈਆਂ ਗਈਆਂ ਨੇ, 7 ਹੈਲੀਪੈਡ ਵੀ ਬਣਾਏ ਗਏ ਨੇ। ਮੌਸਮ ਵਿਭਾਗ ਦੇ ਮੁਤਾਬਿਕ ਕੱਲ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਦਿੱਤੇ ਗਏ ਨੇ ਤੇ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਕਰੀਬ 10
10,000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਕਈ ਸੜਕੀ ਰੂਟ ਬੰਦ ਕਰਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਕਈ ਹਸਪਤਾਲ ਵੀ ਰਿਜ਼ਰਵ ਰੱਖ ਲਏ ਗਏ ਨੇ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਰੈਲੀ ਦੇ ਇੰਚਾਰਜ ਜੀਵਨ ਗੁਪਤਾ ਸਮੇਤ ਰਾਣਾ ਗੁਰਮੀਤ ਸਿੰਘ ਸੋਢੀ ਹੁਣ ਤੱਕ ਰੈਲੀ ਵਾਲੇ ਥਾਂ ਦਾ ਜਾਇਜ਼ਾ ਲੈ ਚੁੱਕੇ ਨੇ। ਪ੍ਰਧਾਨ ਮੰਤਰੀ ਦੀ ਰੈਲੀ ਦਾ ਬੰਦੋਬਸਤ ਕਰੀਬ 30 ਏਕੜ ਦੇ ਵਿੱਚ ਕੀਤਾ ਜਾ ਰਿਹਾ ਹੈ। 8 ਫੁੱਟ ਉੱਚੀ ਤੇ 60 ਫੁੱਟ ਚੌੜੀ ਸਟੇਜ ਤਿਆਰ ਹੋ ਚੁੱਕੀ ਹੈ। ਟੈਂਟ ਦਾ ਸਮਾਨ ਅੰਮ੍ਰਿਤਸਰ ਤੋਂ ਪਹੁੰਚਿਆ। 4 ਹੈਲੀਪੈਡ ਰੈਲੀ ਵਾਲੀ ਥਾਂ ਅਤੇ 3 ਹੈਲੀਪੈਡ ਬਾਰਡਰ ਰੋਡ ਤੇ ਬਣਾਏ ਜਾ ਰਹੇ ਨੇ। ਫਿਰੋਜ਼ਪੁਰ ਰੈਲੀ ਵਿੱਚ ਪਹੁੰਚਣ ਤੋਂ ਪਹਿਲਾਂ ਮੋਦੀ ਹੁਸੈਨੀਵਾਲਾ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਜਾਣਗੇ ਤੇ ਉਸ ਤੋਂ ਬਾਅਦ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੀ ਰੈਲੀ ਦੇ ਕਾਰਨ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਦੇ ਵਿੱਚ ਪਾਰਕਿੰਗ ਬਣਾਈ ਗਈ ਹੈ, ਜਿਹੜੀ ਕਿ ਰੈਲੀ ਵਾਲੀ ਥਾਂ ਤੋਂ ਕੁਝ ਕੁ ਦੂਰ ਹੈ ਤੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਰੈਲੀ ਥਾਂ ਤੋਂ 6 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਹੁਕਮ ਚਾੜ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਐਮਪੀ ਭਗਵੰਤ ਮਾਨ ਕੱਲ ਪਟਿਆਲਾ ਦੇ ਵਿੱਚ ਨੌਕਰੀਆਂ ਹਟਾਏ ਗਏ ਕਰੋਨਾ ਸਿਹਤ ਮੁਲਾਜ਼ਮਾਂ ਦੇ ਧਰਨੇ ਵਿੱਚ ਪਹੁੰਚੇ। ਕਰੋਨਾ ਮਹਾਮਾਰੀ ਦੌਰਾਨ ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ ਤੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਭਰਤੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ। ਇਹਨਾਂ ਮੁਲਾਜ਼ਮਾਂ ਨੇ ਰਜਿੰਦਰਾ ਹਸਪਤਾਲ ਦੇ ਵਿੱਚ 25 ਅਕਤੂਬਰ ਤੋਂ ਧਰਨਾ ਸ਼ੁਰੂ ਕੀਤਾ ਹੋਇਆ, ਜਿਹੜਾ ਕਿ ਲਗਾਤਾਰ ਜਾਰੀ ਹੈ ਤੇ ਭਗਵੰਤ ਮਾਨ ਸਿਹਤ ਮੁਲਾਜ਼ਮਾਂ ਦੇ ਧਰਨੇ ਵਿੱਚ ਪਹੁੰਚੇ। ਉਹਨਾਂ ਹਸਪਤਾਲ ਦੀ ਛੱਤ ਤੇ ਡਟੀਆਂ ਗੁਰਪ੍ਰੀਤ ਕੌਰ ਬਿੰਦਰ ਤੇ ਸਤਿੰਦਰ ਕੌਰ ਦਾ ਮਰਨ ਵਰਤ ਵੀ ਤੁੜਵਾਇਆ। ਭਗਵੰਤ ਮਾਨ ਨੇ ਇਹਨਾਂ ਨੂੰ ਸੰਘਰਸ਼ੀਆਂ ਨੂੰ ਪਾਣੀ ਪਿਆ ਕੇ ਵਰਤ ਤੁੜਵਾਇਆ। ਭਗਵੰਤ ਮਾਨ ਨੇ ਸੰਘਰਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਦੀ ਬਲੀ ਨਾ ਦੇਣ, ਕਿਉਂਕਿ ਪੰਜਾਬ ਦੀ ਸੱਤਾ ਤੇ ਬੈਠੇ ਲੋਕ ਪੱਥਰ ਦਿਲ ਹੋ ਗਏ ਨੇ। ਉਹਨਾਂ ਨੂੰ ਕਿਸੇ ਦੇ ਧੀ ਪੁੱਤ ਦਾ ਕੋਈ ਫਿਕਰ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਰੈਲੀ ਦੇ ਨਾਲ ਜੁੜੀ ਇੱਕ ਹੋਰ ਅਪਡੇਟ ਤੁਹਾਨੂੰ ਦੇ ਦਿੰਨੇ ਹਾਂ। ਹਾਲੇ ਤੱਕ ਇਹ ਪੱਤੇ ਤਾਂ ਬੀਜੇਪੀ ਨੇ ਨਹੀਂ ਖੋਲੇ ਕਿ ਪੰਜਾਬ ਨੂੰ ਦੇਣ ਕੀ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ, ਪਰ ਇਹਨਾਂ ਜ਼ਰੂਰ ਪਤਾ ਲੱਗਿਆ ਕਿ 42,750 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪੰਜਾਬ ਨੂੰ 42,000 ਕਰੋੜ ਦਾ ਚੋਣ ਤੋਹਫਾ ਦੇਣਗੇ। ਤੇ ਉਧਰ ਕਾਂਗਰਸ ਮੰਗ ਕਰ ਰਹੀ ਹੈ ਕਿ ਜੇ ਰਾਜਪਾਲ ਸੱਤਿਆਪਾਲ ਮਲਿਕ, ਜਿਹੜੇ ਮੇਘਾਲਿਆ ਦੇ ਰਾਜਪਾਲ ਨੇ, ਜੇ ਉਹਨਾਂ ਨੇ ਸੱਚ ਬੋਲਿਆ ਤਾਂ ਮੋਦੀ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਮਲਿਕ ਨੇ ਕੀ ਕਿਹਾ ਹੈ, ਖਬਰ ਦੇ ਵਿਸਥਾਰ 'ਚ ਤੁਹਾਨੂੰ ਅੱਗੇ ਦੱਸਦੇ ਹਾਂ। ਲਖੀਮਪੁਰ ਖੀਰੀ ਕਤਲकांड ਦੇ ਵਿੱਚ ਅਜੇ ਮਿਸ਼ਰਾ ਟੇਨੀ ਜੋ ਮੰਤਰੀ ਹੈ, ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਣੇ 14 ਮੁਲਜ਼ਮਾਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ। 5000 ਪੰਨਿਆਂ ਦੀ ਇਹ ਚਾਰਜ ਸ਼ੀਟ ਹੈ। ਇਸ ਚਾਰਜ ਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਹੈ ਉਸ ਬਾਰੇ ਖੁਲਾਸਾ ਹੋਣਾ ਹਾਲੇ ਬਾਕੀ ਹੈ, ਪਰ ਪਿਛਲੇ ਦਿਨੀ ਸਿਟ ਨੇ ਜਿਹੜੀ ਅਦਾਲਤ ਦੇ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਸੀ, ਉਹਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਸੀ ਕਿ ਗਿਣੀ ਮਿੱਥੀ ਸਾਜ਼ਿਸ਼ ਹੈ। ਕਿਸਾਨਾਂ ਨੂੰ ਦਰੜਨ ਦਾ ਮਾਮਲਾ ਅਣਗਹਿਲੀ ਬਿਲਕੁਲ ਵੀ ਨਹੀਂ ਹੈ। ਮੁਲਜ਼ਮਾਂ ਨੇ ਕਤਲ ਦੇ ਇਰਾਦੇ ਨਾਲ ਇਕਾਰਾ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਵਾਲੇ 5 ਸੂਬਿਆਂ ਨੂੰ ਟੀਕਾਕਰਨ ਦਾ ਘੇਰਾ ਵਧਾਉਣ ਦੀ ਹਦਾਇਤ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਚੋਣ ਡਿਊਟੀ ਤੇ ਤੈਨਾਤ ਅਮਲੇ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਜੋ ਕੱਲ ਤੋਂ 3 ਜਨਵਰੀ ਤੋਂ 15 ਤੋਂ 18 ਸਾਲ ਦੇ ਅਲੜਾਂ ਦੇ ਟੀਕਾਕਰਨ ਹੋਣਾ ਸ਼ੁਰੂ ਹੋਇਆ, ਉਸ ਨੂੰ ਵੀ ਅਮਲ ਦੇ ਵਿੱਚ ਲਿਆਂਦਾ ਜਾਵੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਚੰਨੀ ਸਰਕਾਰ ਤੇ ਹੀ ਹਮਲਾ ਬੋਲਿਆ ਹੈ। ਹਾਲਾਂਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ ਉਹ ਜ਼ਰੂਰ ਆਏ ਨੇ। ਉਹਨਾਂ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਤੇ ਕੇਸ ਦਰਜ ਹੋ ਸਕਦਾ ਹੈ ਤਾਂ ਸੂਬੇ 'ਚ ਨਕਲੀ ਸ਼ਰਾਬ ਵੇਚਣ ਵਾਲੇ ਮਾਫੀਆ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ। ਰਾਜ ਸਭਾ ਮੈਂਬਰ ਨੇ ਚੰਨੀ ਸਰਕਾਰ ਦੀ 100 ਦਿਨਾਂ ਦੀ ਕਾਰਗੁਜ਼ਾਰੀ ਤੇ ਉਂਗਲ ਚੁੱਕੀ ਤੇ ਕਿਹਾ ਕਿ ਸਰਕਾਰ ਨੇ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਹ ਵੀ ਸਵਾਲ ਕੀਤਾ ਕਿ ਕਰੋਨਾ ਕਾਲ ਦੇ ਵਿੱਚ ਨਕਲੀ ਸ਼ਰਾਬ ਦੀਆਂ 12 ਫੈਕਟਰੀਆਂ ਫੜੀਆਂ ਗਈਆਂ ਤੇ ਸੈਂਕੜੇ ਲੋਕ ਨਕਲੀ ਸ਼ਰਾਬ ਕਾਰਨ ਮਾਰੇ ਗਏ ਸੀ, ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋਈ ਜਿਨ੍ਹਾਂ ਨੇ ਨਕਲੀ ਸ਼ਰਾਬ ਵੇਚੀ। ਕੈਪਟਨ ਨੇ ਤਾਂ ਕੋਈ ਕਾਰਵਾਈ ਕੀਤੀ ਹੀ ਨਹੀਂ, ਪਰ ਮੌਜੂਦਾ ਸਰਕਾਰ ਵੀ ਚੁੱਪ ਕਿਉਂ ਹੈ। ਦੁੱਲੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮਾਫੀਆ ਖਿਲਾਫ ਖੁੱਲ੍ਹ ਕੇ ਬੋਲ ਰਹੇ ਨੇ, ਪਰ ਸਿੱਧੂ ਦੀ ਸਰਕਾਰ ਵਿੱਚ ਕੋਈ ਸੁਣਵਾਈ ਨਹੀਂ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਜ਼ਰੂਰ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਆਉਂਦੀਆਂ ਚੋਣਾਂ ਦੇ ਵਿੱਚ ਮਾਫੀਆ ਨਾਲ ਜੁੜੇ ਲੀਡਰਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਪੰਜਾਬ 'ਚ ਕੱਲ੍ਹ ਕਈ ਵੱਡੇ ਹਾਦਸੇ ਵਾਪਰੇ ਨੇ, ਤੁਹਾਨੂੰ ਹੋਰ ਖਬਰਾਂ ਵੀ ਦੱਸਾਂਗੇ, ਪਰ ਪਟਿਆਲਾ ਦੀ ਜਿਹੜੀ ਘਟਨਾ ਹੈ ਉਸ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ, ਜਿੱਥੇ ਭਾਖੜਾ ਨਹਿਰ ਦੇ ਵਿੱਚ ਕਾਰ ਡਿੱਗਣ ਕਾਰਨ ਪਰਿਵਾਰ ਦੇ 5 ਮੈਂਬਰ ਡੁੱਬ ਗਏ। ਮਾਂ ਧੀ ਦੀਆਂ ਲਾਸ਼ਾਂ ਮਿਲ ਗਈਆਂ ਨੇ। ਪਿਤਾ ਸਮੇਤ ਧੀ ਤੇ ਪੁੱਤ ਦੀ ਤਲਾਸ਼ ਰਾਤ ਤੱਕ ਕੀਤੀ ਜਾ ਰਹੀ ਸੀ। ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਪੈਸਟੀਸਾਈਡ ਦਾ ਕੰਮ ਕਰਦੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਵਾਸੀ ਜਸਵਿੰਦਰ ਗਰਗ ਆਪਣੀ ਪਤਨੀ ਅਤੇ 2 ਧੀਆਂ ਤੇ ਪੁੱਤਰ ਸਮੇਤ ਮਨਸਾ ਦੇਵੀ ਮੰਦਿਰ 'ਚ ਮੱਥਾ ਟੇਕ ਕੇ ਪਰਤ ਰਹੇ ਸੀ।
ਪਰ 2 ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਹਨਾਂ ਦੀ ਸਵਿਫਟ ਕਾਰ ਪਟਿਆਲਾ ਦੇ ਬਾਹਰ-ਬਾਹਰ ਸਥਿਤ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਕਿਸੇ ਨੇ ਵੀ ਕਾਰ ਡਿੱਗਦੀ ਨਹੀਂ ਵੇਖੀ। ਫਿਰ ਇੱਕ ਰਾਹਗੀਰ ਨੇ ਭਾਖੜਾ 'ਚ ਲਾਈਟਾਂ ਜਗਦੀਆਂ ਵਾਲਾ ਕੋਈ ਵਾਹਨ ਦੇਖਿਆ ਤੇ ਫਿਰ ਸੂਚਨਾ ਪਸਿਆਣਾ ਥਾਣੇ ਨੂੰ ਦਿੱਤੀ। ਉਸੇ ਸਮੇਂ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਲਿਆ ਪਰ ਉਦੋਂ ਤੱਕ ਵਾਹਨ ਡੁੱਬ ਚੁੱਕਿਆ ਸੀ। ਸੋਮਵਾਰ ਸਵੇਰੇ ਮੁੜ ਆਪਰੇਸ਼ਨ ਸ਼ੁਰੂ ਕੀਤਾ ਤਾਂ ਘਟਨਾ ਸਥਾਨ ਤੋਂ ਕਾਫੀ ਦੂਰੀ ਤੋਂ ਸਵਿਫਟ ਕਾਰ ਮਿਲ ਗਈ, ਜਿਸ ਦੇ ਵਿੱਚ 2 ਲਾਸ਼ਾਂ ਵੀ ਮਿਲੀਆਂ। ਇੱਕ ਲਾਸ਼ ਜਸਵਿੰਦਰ ਗਰਗ ਦੀ ਪਤਨੀ ਦੀ ਤੇ ਇੱਕ ਧੀ ਦੀ ਸੀ। ਦੂਸਰੀਆਂ 3 ਦੀ ਭਾਲ ਕੀਤੀ ਜਾ ਰਹੀ ਹੈ। ਜ਼ਾਹਿਰ ਤੌਰ ਤੇ ਹਾਦਸਾ ਬੜਾ ਹੀ ਦਰਦਨਾਕ ਸੀ ਕਿਉਂਕਿ ਜਦੋਂ ਕਾਰ ਨਹਿਰ ਦੇ ਵਿੱਚ ਡਿੱਗੀ ਹੋਵੇਗੀ ਤਾਂ ਜਾਨ ਬਚਾਉਣ ਦੇ ਲਈ ਬਹੁਤ ਹੀ ਹੱਥ ਪੱਲੇ ਉਹਨਾਂ ਪੰਜਾਂ ਨੇ ਮਾਰੇ ਹੋਣਗੇ। ਇਸੇ ਕਰਕੇ ਕਾਰ ਦੇ ਵਿੱਚ 3 ਜਣਿਆਂ ਦੀਆਂ ਲਾਸ਼ਾਂ ਨਹੀਂ ਹੈਗੀਆਂ। ਜਸਵਿੰਦਰ ਗਰਗ ਨੇ ਸ਼ਾਇਦ ਆਪਣੇ ਬੱਚਿਆਂ ਨੂੰ, ਆਪਣੀ ਪਤਨੀ ਨੂੰ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਏਗੀ, ਪਰ ਰਾਤ ਦਾ ਸਮਾਂ ਅਤੇ ਪਾਣੀ ਦਾ ਕਹਿਰ, ਪਾਣੀ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੱਡੀ ਮਾਤਰਾ ਵਿੱਚ ਹੋਣਾ, ਉਹਨਾਂ ਦੀ ਜਾਨ ਨਹੀਂ ਬਚਾ ਸਕਿਆ। ਪਰ ਇੱਥੇ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਸਵਾਲ ਜ਼ਰੂਰ ਉੱਠਦੇ ਨੇ ਕਿਉਂਕਿ ਭਾਖੜਾ ਨਹਿਰ ਦੇ ਵਿੱਚ ਵਾਹਨ ਡਿੱਗਣ ਦੇ ਹਾਦਸੇ ਕਈ ਵਾਰੀ ਵਾਪਰੇ ਨੇ। ਕਿ ਸੜਕ ਦੇ ਕਿਨਾਰੇ ਭਾਖੜਾ ਨਹਿਰ ਦੇ ਕੰਢੇ ਜਿਹੜੀ ਵਾੜ ਹੈ ਉਹ ਮਜ਼ਬੂਤ ਨਹੀਂ ਹੋਣੀ ਚਾਹੀਦੀ, ਕਿ ਉੱਥੇ ਲਾਈਟਾਂ ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ ਤਾਂ ਕਿ ਆਉਂਦੇ ਜਾਂਦੇ ਵਾਹਨਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਭਾਖੜਾ ਹੈ। ਅਗਲੀ ਖਬਰ ਵਿਦਿਆਰਥੀਆਂ ਦੀ ਜਾਣਕਾਰੀ ਦੇ ਲਈ ਹੈ। ਕਰੋਨਾ ਕਾਰਨ ਪੈਦਾ ਹੋਈ ਸਮੱਸਿਆ ਕਰਕੇ ਵੱਡੀ ਗਿਣਤੀ ਵਿਦਿਆਰਥੀ 9ਵੀਂ ਤੇ 11ਵੀਂ ਜਮਾਤ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਵਾਂਝੇ ਰਹਿ ਗਏ ਨੇ। ਇਸ ਦੇ ਮੱਦੇਨਜ਼ਰ CBSE ਨੇ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਵਾਉਣ ਦੀ ਤਰੀਕ ਵਧਾਉਣ ਦੀ ਜਾਣਕਾਰੀ ਦਿੱਤੀ ਹੈ ਤੇ ਵਿਦਿਆਰਥੀ ਹੁਣ 6 ਜਨਵਰੀ ਤੱਕ ਆਪਣੇ ਦਸਤਾਵੇਜ਼ ਭੇਜ ਸਕਦੇ ਨੇ। ਕਰੋਨਾ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਖਤੀ ਕਰ ਦਿੱਤੀ ਹੈ। ਰੌਕ ਗਾਰਡਨ ਤੇ ਬਰਡ ਪਾਰਕ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਨੇ। ਨਿਯਮਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਨੇ। UT ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ ਸੁਖਨਾ ਝੀਲ ਨੂੰ ਵੀ ਆਮ ਲੋਕਾਂ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ। ਸਵੇਰੇ 5 ਤੋਂ ਸਵੇਰੇ 9 ਵਜੇ ਤੱਕ ਤੇ ਸ਼ਾਮ 6 ਤੋਂ 8 ਵਜੇ ਤੱਕ ਹੀ ਝੀਲ ਨੂੰ ਖੋਲ੍ਹਿਆ ਜਾਵੇਗਾ। ਚੰਡੀਗੜ੍ਹ ਦੇ ਹੋਟਲ, ਰੈਸਟੋਰੈਂਟ ਤੇ ਹੋਰ ਖਾਣ ਪੀਣ ਵਾਲੀਆਂ ਥਾਵਾਂ ਤੇ 50% ਸਮਰੱਥਾ ਨਾਲ ਹੀ ਖੋਲ੍ਹਣ ਦੇ ਹੁਕਮ ਮੁੜ ਤੋਂ ਜਾਰੀ ਕਰ ਦਿੱਤੇ ਗਏ ਨੇ। ਚੰਡੀਗੜ੍ਹ ਪ੍ਰਸ਼ਾਸਨ ਦੇ ਮੁਤਾਬਿਕ ਸਿਟੀ ਬਿਊਟੀਫੁਲ ਦੇ ਵਿੱਚ ਕਰੋਨਾ ਦੇ 75 ਕੇਸ ਆ ਚੁੱਕੇ ਨੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਦੱਸਦੇ ਹਾਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਵਾਇਰਸ ਦੇ ਟੀਕੇ ਦੀ। ਭਾਰਤ ਦੇ ਵਿੱਚ 15 ਤੋਂ 18 ਸਾਲ ਉਮਰ ਵਰਗ ਦੇ ਅਲੜਾਂ ਦੇ ਟੀਕਾ ਲੱਗਣਾ ਸ਼ੁਰੂ ਹੋ ਗਿਆ ਸੋਮਵਾਰ ਯਾਨੀ ਕਿ 3 ਜਨਵਰੀ ਤੋਂ। 1 ਜਨਵਰੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਇਸ ਖਬਰ ਦੇ ਵਿਸਥਾਰ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪ੍ਰਾਇਮਰੀ ਸਕੂਲ ਯਾਨੀ ਕਿ 1 ਤੋਂ 5ਵੀਂ ਤੱਕ ਦੇ ਸਕੂਲ 15 ਜਨਵਰੀ ਤੱਕ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਦਾ ਇਹ ਫੈਸਲਾ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਵੀ ਜੈਪੁਰ ਦੇ ਵਿੱਚ 1 ਤੋਂ 8ਵੀਂ ਤੱਕ ਸਕੂਲ ਨੇ ਜਿਹੜੇ ਉਹ 9 ਜਨਵਰੀ ਤੱਕ ਬੰਦ ਕਰ ਦਿੱਤੇ ਨੇ। ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਉਹਨਾਂ ਦੇ ਮੁਤਾਬਿਕ ਵਿਦੇਸ਼ ਪਰਤਣ ਵਾਲਿਆਂ ਨੂੰ 7 ਦਿਨਾਂ ਦੇ ਲਈ ਕੁਆਰੰਟਾਈਨ ਰਹਿਣਾ ਜ਼ਰੂਰੀ ਹੋਵੇਗਾ, ਚਾਹੇ ਉਹਨਾਂ ਦੀ ਰਿਪੋਰਟ ਨੈਗੇਟਿਵ ਹੀ ਕਿਉਂ ਨਾ ਆਉਂਦੀ ਹੋਵੇ। ਕਿਸੇ ਵੀ ਵਿਆਹ, ਮੀਟਿੰਗ ਜਾਂ ਜਲੂਸ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਪਾਬੰਦੀਆਂ ਜ਼ਰੂਰ ਲੱਗ ਰਹੀਆਂ ਨੇ ਪਰ ਗੱਲ ਤਾਂ ਇਹ ਹੁੰਦੀ ਹੈ ਕਿ ਉਹਨਾਂ ਦੇ ਉੱਤੇ ਅਸਰ ਕਿੰਨਾ ਕੁ ਹੋ ਰਿਹਾ ਹੈ ਤੇ ਪ੍ਰਸ਼ਾਸਨ ਕਿੰਨੀ ਕੁ ਸਖਤੀ ਕਰ ਰਿਹਾ ਹੈ। ਤੇ ਹੁਣ ਪੰਜਾਬ ਦੇ ਵਿੱਚ ਵੀ ਪਾਬੰਦੀਆਂ ਜਿਹੜੀਆਂ ਨੇ ਉਹ ਲੱਗਣ ਦੀ ਸੰਭਾਵਨਾ ਵੱਧ ਗਈ ਹੈ। ਹੋ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਪਾਬੰਦੀਆਂ ਲਗਾ ਦੇਵੇ ਕਿਉਂਕਿ ਪਠਾਨਕੋਟ ਦੇ ਵਿੱਚ ਤਾਂ ਕੁਝ ਪਾਬੰਦੀਆਂ ਲੱਗ ਹੀ ਚੁੱਕੀਆਂ ਨੇ। ਕਰੋਨਾ ਮਹਾਮਾਰੀ ਦੇ ਕੇਸ ਕਹਿੰਦੇ ਲਗਾਤਾਰ ਵੱਧ ਰਹੇ ਨੇ। ਸਿਹਤ ਵਿਭਾਗ ਜਾਣਕਾਰੀ ਦੇ ਰਿਹਾ ਹੈ ਇਸ ਕਰਕੇ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਲਾਇਆ ਜਾ ਸਕਦਾ ਹੈ। ਮਾਸਕ ਨੂੰ ਲੈ ਕੇ ਵੀ ਸਖਤੀ ਕੀਤੀ ਜਾ ਸਕਦੀ ਹੈ। ਪਟਿਆਲਾ ਕਰੋਨਾ ਦਾ ਕਹਿੰਦੇ ਵੱਡਾ ਹੌਟਸਪੌਟ ਬਣ ਗਿਆ। ਹੋਰਨਾਂ ਜ਼ਿਲ੍ਹਿਆਂ ਤੋਂ ਵੀ ਇੱਥੇ ਕੇਸ ਨੇ ਜਿਹੜੇ ਉਹ ਪਹੁੰਚ ਰਹੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਹੈ। 15 ਤੋਂ 18 ਸਾਲ ਦੇ ਅਲੜਾਂ ਨੂੰ ਜਿਹੜਾ ਕਰੋਨਾ ਵਾਇਰਸ ਦਾ ਟੀਕਾ ਲੱਗਣਾ ਉਹਦੇ ਲਈ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਆ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲਾਂ ਤਾਂ ਇਹ ਦੱਸ ਦਈਏ ਕਿ ਇਸ ਉਮਰ ਦੇ ਬੱਚਿਆਂ ਨੂੰ ਸਿਰਫ ਭਾਰਤ ਬਾਇਓਟੈਕ ਦੀ ਬਣੀ ਹੋਈ ਕੋਵੈਕਸਿਨ ਹੀ ਲਾਈ ਜਾਏਗੀ। ਕੋਵੈਕਸਿਨ ਜਿਹੜਾ ਟੀਕਾ ਬਣਾਇਆ ਉਹ ਲੱਗੇਗਾ। ਟੀਕਾਕਰਨ ਲਈ ਸਮਾਂ ਬੁੱਕ ਕਰਨ ਵਾਸਤੇ ਕੋਵਿਨ ਵੈਬਸਾਈਟ ਤੇ ਰਜਿਸਟਰ ਕਰਨਾ ਪਵੇਗਾ। ਜਿਨ੍ਹਾਂ ਬੱਚਿਆਂ ਦਾ ਜਨਮ 2007 ਤੋਂ ਪਹਿਲਾਂ ਹੋਇਆ ਉਹ ਇਸ ਵੈਬਸਾਈਟ ਤੇ ਰਜਿਸਟਰ ਕਰ ਸਕਦੇ ਨੇ। ਟੀਕਾ ਲਵਾਉਣ ਦੇ ਇੱਛੁਕ ਜਾਂ ਤਾਂ ਕੋਵਿਨ ਵੈਬਸਾਈਟ ਤੇ ਨਵਾਂ ਖਾਤਾ ਬਣਾ ਸਕਦੇ ਨੇ ਜਾਂ ਪਹਿਲਾਂ ਤੋਂ ਹੀ ਬਣੇ ਖਾਤੇ ਦਾ ਇਸਤੇਮਾਲ ਕਰ ਸਕਦੇ ਨੇ। ਯਾਨੀ ਕਿ 18 ਸਾਲ ਤੋਂ ਵੱਧ ਉਮਰ ਦੇ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਅਕਾਊਂਟ ਹੈ ਉਹ ਆਪਣੇ ਪਰਿਵਾਰ ਦੇ 15 ਤੋਂ 18 ਸਾਲ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਸਕਦੇ ਨੇ। ਬੱਚਿਆਂ ਦਾ ਆਪਣਾ ਖਾਤਾ ਬਣਾਉਣ ਦੀ ਲੋੜ ਨਹੀਂ ਹੈਗੀ ਤੇ ਬੱਚੇ ਨੇ ਜਿਹੜੇ ਉਹ ਆਪਣਾ ਖਾਤਾ ਨਵਾਂ ਵੀ ਬਣਾ ਸਕਦੇ ਨੇ। ਤੇ ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਵੀ ਕਰਵਾਉਣੀ ਤਾਂ ਤੁਸੀਂ ਸਿੱਧਾ ਕੇਂਦਰ ਦੇ ਵਿੱਚ ਜਾ ਕੇ ਟੀਕਾਕਰਨ ਕੇਂਦਰ ਦੇ ਵਿੱਚ ਜਾ ਕੇ ਵੀ ਟੀਕਾ ਲਗਵਾ ਸਕਦੇ ਹੋ। ਅਗਲੀ ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ। ਇੱਕ ਦਿਨ ਪਹਿਲਾਂ ਇਸ ਕਤਲकांड ਦੇ ਵਿੱਚ 2 ਨੌਜਵਾਨ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੀਜੇਪੀ ਵਰਕਰਾਂ ਦੀ ਮੌਤ
मौत के मामले दे विच ते हुण यूपी पुलिस की विशेष जांच टीम ने इस मामले दे विच केंद्रीय गृह राज मंत्री अजय मिश्रा टेनी दे पुत्र आशीष मिश्रा सने सारे 14 मुलजमां के खिलाफ अदालत दे विच दोष पत्र दाखिल कर दिता है। सीनियर सरकारी वकील SP यादव ने दस्सिया कि SIT ने मुख न्यायिक मैजिस्ट्रेट चिंताराम की अदालत में 5000 पन्नियां का दोष पत्र दाखिल किया है। ਇਹਦੇ ਵਿੱਚ ਵਿਰੇਂਦਰ ਸ਼ੁਕਲ ਨਾਮ ਦੇ ਇੱਕ ਹੋਰ ਮੁਲਜ਼ਮ ਦਾ ਨਾਮ ਵੀ ਸ਼ਾਮਲ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਇਹ ਸੁਨੇਹਾ ਲੋਕਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਕਿ ਉਹ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਤਿੱਖਾ ਵਿਰੋਧ ਕਰਨਗੇ ਤੇ ਵਿਰੋਧ ਕਰ ਵੀ ਰਹੇ ਨੇ। ਉਹਨਾਂ ਨੇ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਚੱਬਾ ਤੇ ਜਾਮ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕ ਦਿੱਤੀ ਅਤੇ ਨਾਲ ਹੀ 5 ਜਨਵਰੀ ਨੂੰ ਤਿੱਖੇ ਵਿਰੋਧ ਦਾ ਐਲਾਨ ਵੀ ਕੀਤਾ ਹੈ। पंजाब की जिला अमृतसर की कोर कमेटी ते जिला जनरल कमेटी की मीटिंग हुई जिस 18 जोनां दे प्रधान सकत्तर शामिल हुए ते इस मीटिंग दे विच प्रधानमंत्री मोदी की 5 जनवरी की फिरोजपुर रैली नूं रद्द करवाउण दे लई खास रणनीति उलीकी गई ते उन्होंने प्रशासन नूं चेतावनी दित्ती है कि अमृतसर प्रशासन हर पक्ष तो पूरी तरह तैयार रहे क्योंकि जथेबंदी दे वल्लों जो रणनीति उलीकी गई है उस नूं हर हाल दे विच असीं लागू करांगे। मोदी दी चोण रैली किसी भी कीमत ते नहीं होण देंगे जिन्नी देर तक MSP गारंटी का कानून नहीं बनता, दिल्ली समेत सारे किसानों के केस वापस नहीं लाए जाते, लखीमपुर खीरी घटना के इंसाफ समेत मन्निया होईयां मंगां लागू नहीं कीतियां जांदियां उदों तक असीं इन्हां दीयां रैलियां नहीं होण देंगे। नाल ही जथेबंदी के लीडर ने भी जानकारी दी है। सरवण सिंह पंधेर ने दस्सिया है कि 4 जनवरी नूं जिहड़ी चन्नी सरकार दे नाल मीटिंग होनी सी पंजाब के मुख्य मंत्री चरणजीत सिंह चन्नी दे नाल ओह मुलतवी हो चुकी है ते इसका कारण प्रधानमंत्री की फेरी ही दस्सिया जा रहा है ते अगली मीटिंग हुण 7 जनवरी नूं सद्दी गई है। चिट्ठी है जिहड़ी ओह जथेबंदी नूं भेज दित्ती गई है। इस बाबत उन्होंने कहा कि जे पंजाब सरकार भी साडीआं मन्नियां होईयां मंगां लागू नहीं करदी तां असीं अमृतसर दे विच कांग्रेस प्रधान नवजोत सिंह सिद्धू दे घर दा घिराओ करांगे। इहदे नाल ही पंजाब दे सारे मंत्रियों ते विधायकों के घरां दे मूहरे मोर्चे शुरू कर दिते जाणगे। दूजे पासे उगराहा जथेबंदी के वलों जिहड़े 15 जिलों के विच DC दफ्तरां ते SDM दफ्तरां के बाहर धरने लाए हुए ने लगातार चल रहे ने। डिप्टी कमिश्नर ते SSP दफ्तरां नूं किसानां ने घेर लिया। पटियाला जिले दे विच जिहड़ा इस घिराओ के दरमियान तिखा रोस मुजाहरा भी किया गया। किसानां दे इस घिराओ के कारण दफ्तरां विच तैनात मुलाजमां नूं दफ्तर अंदर जाण दे विच दिक्कत भी पेश आई। किसानां दा दिन रात दा जिहड़ा धरना है ओह लगातार 20 दसंबर तो जारी है। 20 दसंबर तो किसान मजदूर संघर्ष कमेटी ਅਤੇ ਜਿਹੜੀ ਉਗਰਾਹਾਂ ਜਥੇਬੰਦੀ ਹੈ ਦੋਵਾਂ ਨੇ सख्त विरोध का ऐलान कर दिता सी। उधर मेघालय के राज्यपाल सत्यापाल मलिक ने प्रधानमंत्री नरेंद्र मोदी ते मुड़ तो निशाना साधिया है किसानों के मुद्दे नूं लैके। उन्होंने कहा कि मैं खेती कानूनों के खिलाफ किसानों के अंदोलन दौरान प्रधानमंत्री मोदी नूं मिलिया सी। जदों प्रधानमंत्री मिले सी तां उन्हां दे विच बहुत घमंड सी। मैं कहा सी 500 किसान मर गए ने तां उन्होंने सवाल किया सी कि की वो मेरे लिए मरे ने। कहते जदों मैं अमित शाह नूं मिलिया गृह मंत्री जी नूं तां उन्होंने कहा सी कि इस दी लोकां ने अकल मार दित्ती है, यानी कि प्रधानमंत्री नरेंद्र मोदी दी लोकां ने अकल मार दित्ती है। मलिक हरियाणा के दादरी स्थित स्वामी दयाल धाम च मत्था टेकण पहुंचे सी। उत्थे उन्हां नूं फोगाट खाप दे वल्लों सन्मानित भी किया गया। राज्यपाल मलिक पहलां भी बीजेपी लीडरां अते केंद्र सरकार दे उत्ते सिद्धे हमले करदे रहे ने। राज्यपाल मलिक ने कहा कि केंद्र सरकार किसानां नूं घट्टो घट्ट समर्थन मुल ते कानूनी गारंटी देवे। सरकार नूं ईमानदारी दिखाउंदे होए अपना वादा पूरा करना चाहिए है। किसानां खिलाफ जिहड़े परचे दर्ज हुए ने वापस लैणे चाहिए ने ते जे कहंदे किसानां नूं लोड़ पई तां मैं राज्यपाल दा अहुदा छड्डण लई भी तैयार हां। सत्यापाल मलिक दे वल्लों जिहड़ा बयान दिता गया है उस ते कांग्रेस ने भी तंज कसिया है। कांग्रेस के सीनियर लीडर मल्लिकार्जुन खड़गे ने कहा कि की मलिक दे बयान सच ने। नरेंद्र मोदी जी की ये सच है। ट्विटर ते मलिक की वीडियो भी साझी की है जिस दे विच ओह संबोधन करदिआं चरखी दादरी तो कह रहे सी तां उहदे विच वीडियो दे विच ओह सिद्धे तौर ते सारीआं गल्लां दस रहे ने। खड़गे ने कहा कि गृह मंत्री अमित शाह ने भी प्रधानमंत्री नूं पागल कहा। संविधानक अहुदिਆਂ ते बैठे लोग एक दूसरे नूं इस तरह बोल रहे ने। मोदी जी नूं दसना चाहिए कि ये सच है। मैं जब किसानों के मामले प्रधानमंत्री से मिलने गया तो मेरी 5 मिनट में लड़ाई हो गई उनसे क्योंकि वो बहुत घमंड में थे। जब मैंने उन्हें कहा हमारे 500 लोग मर गए, तुम तो कुतिया मरती है तो चिट्ठी भेजते हो, तो उसने कहा मेरे लिए मरे। मैं कहा भाई आपके लिए तो मरे थे, जो आप राजा बने हुए हो उनकी वजह से। खैर झगड़ा हो गया मेरा। उन्होंने कहा तुम अमित शाह से मिल लो। मैं अमित शाह से मिला। उसने कहा सत्ता
इसकी अकल मार रखी है लोगों ने, तुम बेफिक्र रहो, मिलते रहो, ये किसी ना किसी दिन समझ में आ जाए। ਦਿੱਲੀ ਪੁਲਿਸ ਨੇ ਵਿਵਾਦਿਤ ਮੋਬਾਈਲ ਐਪ ਬੁਲੀ ਬਾਈ ਬਣਾਉਣ ਵਾਲਿਆਂ ਬਾਰੇ GitHub ਪਲੇਟਫਾਰਮ ਤੋਂ ਅਤੇ ਐਪ ਬਾਰੇ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਸ਼ਖਸ ਦੇ ਬਾਰੇ ਟਵਿੱਟਰ ਤੋਂ ਜਾਣਕਾਰੀ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਟਵਿੱਟਰ ਨੂੰ ਇਸ ਐਪ ਦੇ ਨਾਲ ਸਾਂਝੀ ਕੀਤੀ ਗਈ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਅਤੇ ਉਸ ਤੇ ਰੋਕ ਲਾਉਣ ਲਈ ਵੀ ਕਹਿ ਦਿੱਤਾ ਗਿਆ ਹੈ। ਇਸ ਐਪ ਤੇ ਸੈਂਕੜੇ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਨਿਲਾਮੀ ਦੇ ਲਈ ਪਾਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਕੁਝ ਪ੍ਰਸਿੱਧ ਸ਼ਖਸੀਅਤਾਂ ਵੀ ਨੇ, ਨਾਮੀ ਚਿਹਰੇ ਵੀ ਨੇ ਔਰ ਇਹਨਾਂ ਦੇ ਵਿੱਚ ਖਾਸ ਤੌਰ ਤੇ ਸਾਰੀਆਂ ਮੁਸਲਿਮ ਔਰਤਾਂ ਨੇ। ਤੇ ਇਸ ਐਪ ਦੇ ਜ਼ਰੀਏ ਮੁਸਲਿਮ ਭਾਈਚਾਰੇ ਦੀ ਇੱਕ ਖਾਸ ਫਿਰਕੇ ਦੀਆਂ ਘੱਟ ਗਿਣਤੀ ਫਿਰਕਾ ਜਿਹੜਾ ਮੁਸਲਮਾਨਾਂ ਦਾ, ਉਸ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਬਹੁਤ ਹੀ ਸ਼ਰਮਨਾਕ ਕਰਤੂਤ ਕੀਤੀ ਗਈ ਹੈ। ਇੱਕ ਐਪ ਦੇ ਉੱਤੇ ਔਰਤਾਂ ਨੂੰ ਨਿਲਾਮ ਕਰਨ ਦੀਆਂ ਉਹਨਾਂ ਦੀਆਂ ਤਸਵੀਰਾਂ ਵਿਗਾੜ ਕੇ ਪਾਈਆਂ ਗਈਆਂ। ਹਾਲਾਂਕਿ ਇਸ ਐਪ ਨੂੰ ਹਟਾ ਦਿੱਤਾ ਗਿਆ। ਪਟਿਆਲਾ ਤੋਂ ਖਬਰ ਹੈ, ਜਿੱਥੇ 6 ਲਾਈਨਮੈਨ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜ ਗਏ ਨੇ। ਸੋਮਵਾਰ ਨੂੰ ਤੜਕੇ ਅੱਧੀ ਦਰਜਨ ਲਾਈਨਮੈਨ ਪਟਿਆਲਾ ਦੇ ਨਾਲ ਲੱਗਦੇ ਪਿੰਡ ਅਬਲੋਵਾਲ ਦੀ ਟੈਂਕੀ ਤੇ ਚੜ ਗਏ। ਉਹਨਾਂ ਦੇ ਕੋਲ ਪੈਟਰੋਲ ਦੀਆਂ ਭਰੀਆਂ ਬੋਤਲਾਂ ਨੇ। ਇਹਨਾਂ ਨੌਜਵਾਨਾਂ ਨੇ ਨੌਕਰੀ ਦੀ ਮੰਗ ਕੀਤੀ ਹੈ। ਨੌਕਰੀ ਦੀ ਮੰਗ ਨੂੰ ਲੈ ਕੇ ਇਹ ਟੈਂਕੀ ਤੇ ਚੜੇ ਨੇ ਮਜਬੂਰ ਹੋ ਕੇ, ਕਿਉਂਕਿ ਪਹਿਲਾਂ ਥੱਲੇ ਇਹਨਾਂ ਦੀ ਗੱਲ ਸੁਣੀ ਨਹੀਂ ਗਈ। ਹੁਣ ਇਹਨਾਂ ਨੂੰ ਲੱਗਦਾ ਕਿ ਟੈਂਕੀ ਤੇ ਚੜ ਕੇ ਸ਼ਾਇਦ ਸਰਕਾਰ ਸਾਡੀ ਗੱਲ ਸੁਣ ਲੂਗੀ, ਪਰ ਇਸ ਤੋਂ ਪਹਿਲਾਂ ਵੀ ਟੈਂਕੀਆਂ ਤੇ ਬਹੁਤ ਸਾਰੇ ਸੰਘਰਸ਼ੀ ਲੋਕ ਬੈਠੇ ਨੇ। ਉਹਨਾਂ ਦੀਆਂ ਆਵਾਜ਼ਾਂ ਸਰਕਾਰ ਤੱਕ ਨਹੀਂ ਪਹੁੰਚ ਰਹੀਆਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ 에ਅਰਪੋਰਟ ਰੋਡ ਦੇ ਉੱਤੇ ਇੱਕ ਬੇਰੁਜ਼ਗਾਰ ਅਧਿਆਪਕਾ ਮਾਨਸਾ ਦੀ ਨੌਜਵਾਨ ਕੁੜੀ ਹੈ, ਜਿਹੜੀ ਉਹ ਪਿਛਲੇ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਟੈਂਕੀ ਤੇ ਚੜ ਕੇ ਬੈਠੀ ਹੈ। ਗਰਮੀ ਦਾ ਮੌਸਮ ਸੀ ਜਦੋਂ ਉਹ ਟੈਂਕੀ ਤੇ ਚੜੀ ਸੀ। ਹੁਣ ਪੂਰਾ ਜਿਹੜਾ ਸਿਆਲ ਹੈ ਉਹ ਆ ਗਿਆ। ਪੂਰਾ ਠਾਰ ਦਾ ਮੌਸਮ ਹੈ, ਉਸ ਦੇ ਵਿੱਚ ਵੀ ਉਹ ਟੈਂਕੀ ਦੇ ਉੱਤੇ ਚੜੀ ਬੈਠੀ ਹੈ। ਖੈਰ, ਜਿਹੜੇ 6 ਲਾਈਨਮੈਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਹੀ ਡਟੇ ਰਹਾਂਗੇ ਜਦੋਂ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਲੱਗਦਾ ਹੈ ਚੁਣਾਵੀ ਲੋਲੀਪੌਪ ਵੰਡਣ ਲੱਗ ਪਏ ਨੇ। ਹਾਲਾਂਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਨਵਜੋਤ ਸਿੰਘ ਸਿੱਧੂ ਜੇ ਸੀਐਮ ਬਣਦੇ ਨੇ, ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਸ਼ਾਇਦ ਆਪਣੇ ਕੀਤੇ ਵਾਅਦਿਆਂ ਨੂੰ ਪੂਰ ਚੜਾ ਕੇ ਦਿਖਾ ਦੇਣ। ਲੋਕ ਕਿਤੇ ਨਾ ਕਿਤੇ ਉਹਨਾਂ ਦੀ ਇਮਾਨਦਾਰੀ ਦੇ ਉੱਤੇ, ਉਹਨਾਂ ਦੀ ਜ਼ੁਬਾਨ ਤੇ ਫਿਰ ਵੀ ਯਕੀਨ ਕਰਦੇ ਨੇ। ਪਰ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਮੰਤਰੀ ਹੁੰਦਿਆਂ ਹੋਇਆਂ ਉਹਨਾਂ ਨੇ ਕੋਈ ਖਾਸ ਵੱਡਾ ਕੰਮ ਨਹੀਂ ਕੀਤਾ ਸੀ। ਖੈਰ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਵੇਂ ਸਾਲ ਦੇ ਚੜ੍ਹਨ ਦੇ ਉੱਤੇ ਨਵਾਂ ਪੰਜਾਬ ਹੈ ਜਿਹੜਾ, ਉਹਦੇ ਲਈ ਅਸੀਂ ਐਲਾਨ ਕੀਤੇ ਨੇ। ਪੰਜਾਬ ਦੀਆਂ ਔਰਤਾਂ ਦੇ ਲਈ ਕ੍ਰਾਂਤੀਕਾਰੀ ਤਬਦੀਲੀਆਂ ਦੇ ਲਈ ਅਸੀਂ ਯਤਨ ਕਰਾਂਗੇ। ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਕਈ ਲੋਕ ਲੁਭਾਵਣੇ ਐਲਾਨਾਂ ਨੂੰ ਲੋਲੀਪੌਪ, ਗਰੰਟੀਆਂ ਨੂੰ ਝੂਠ ਤੇ ਐਲਾਨਾਂ ਨੂੰ ਝੂਠੇ ਵਾਅਦੇ ਦੱਸ ਕੇ ਭੰਡਣ ਵਾਲੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੰਜਾਬ ਮਾਡਲ ਦਾ ਪਿਟਾਰਾ ਖੋਲ ਦਿੱਤਾ। ਪੰਜਾਬ ਦੀਆਂ ਔਰਤਾਂ ਤੇ ਬੱਚੀਆਂ ਲਈ ਕਈ ਅਹਿਮ ਐਲਾਨ ਕੀਤੇ ਨੇ ਤੇ ਇਹ ਵਾਅਦਾ ਵੀ ਕੀਤਾ ਹੈ, ਕਹਿੰਦੇ ਮੇਰੀ ਜ਼ੁਬਾਨ ਹੈ, ਸਾਰੇ ਐਲਾਨ ਹਰ ਹਾਲਤ ਦੇ ਵਿੱਚ ਨਿਭਾ ਕੇ ਦਿਖਾਊਂਗਾ। ਹਾਲਾਂਕਿ ਸਿੱਧੂ ਹੁਣ ਤੱਕ ਹਰ ਪਾਰਟੀ ਦੇ ਐਲਾਨਾਂ, ਚੋਣ ਵਾਅਦਿਆਂ ਤੇ ਗਰੰਟੀਆਂ ਤੇ ਤੰਜ ਕੱਸਦੇ ਹੋਏ ਸਵਾਲ ਕਰਦੇ ਰਹੇ ਨੇ ਕਿ ਇਹ ਲੋਕ ਬਿਨਾਂ ਕਿਸੇ ਗੱਲ ਦੇ, ਬਿਨਾਂ ਕਿਸੇ ਤੱਥ ਤੋਂ ਹੀ ਐਲਾਨ ਕਰੀ ਜਾਂਦੇ ਨੇ, ਜਦਕਿ ਪੂਰੇ ਕਰਨੇ ਸੰਭਵ ਨਹੀਂ ਹੋਣਗੇ। ਪਰ ਹੁਣ ਸਿੱਧੂ ਨੇ ਖੁਦ ਹੀ ਉਸੇ ਤਰ੍ਹਾਂ ਦੇ ਕੁਝ ਐਲਾਨ ਕੀਤੇ ਨੇ ਜਿਨ੍ਹਾਂ ਦਾ ਉਹ ਕਿਤੇ ਨਾ ਕਿਤੇ ਆਪ ਹੀ ਮਜ਼ਾਕ ਉਡਾਉਂਦੇ ਰਹੇ ਨੇ। ਅੱਧੀ ਆਬਾਦੀ ਪੂਰਾ ਹੱਕ ਨਵਾਂ ਨਾਰਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਮੈਂ ਠੋਕ ਕੇ ਕਹਿੰਦਾ ਕਿ ਇਹ ਕਾਂਗਰਸ ਪਾਰਟੀ ਦੇ ਵੱਲੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਐਲਾਨ ਨੇ ਤੇ ਹਰ ਹਾਲਤ ਵਿੱਚ ਪੂਰੇ ਹੋਣਗੇ। ਭਦੌੜ ਦੇ ਵਿੱਚ ਜਨਤਕ ਰੈਲੀ ਕਰਨ ਪਹੁੰਚੇ ਹੋਏ ਸਿੱਧੂ ਨੇ ਕਿਹਾ 5ਵੀਂ ਪਾਸ ਕਰਨ ਤੇ ਹਰ ਵਿਦਿਆਰਥਣ ਨੂੰ 5000 ਰੁਪਏ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਜੇ ਇਹਨਾਂ ਦੀ ਸਰਕਾਰ ਆ ਜਾਂਦੀ ਹੈ। 10ਵੀਂ ਪਾਸ ਕਰਨ ਤੇ ਹਰ ਵਿਦਿਆਰਥਣ ਨੂੰ 15000 ਰੁਪਏ, 12ਵੀਂ ਪਾਸ ਕਰਨ ਤੇ ਹਰ ਵਿਦਿਆਰਥਣ ਨੂੰ 20000 ਰੁਪਏ ਦਿੱਤੇ ਜਾਣਗੇ। ਕਾਲਜ ਦੇ ਵਿੱਚ ਦਾਖਲਾ ਲੈਣ ਤੇ ਕਾਲਜ ਦੀ ਦਾਖਲਾ ਪਰਚੀ ਦੇ ਨਾਲ ਇੱਕ ਸਕੂਟੀ ਹੈ ਜਿਹੜੀ ਉਹ ਵਿਦਿਆਰਥਣਾਂ ਨੂੰ ਦਿੱਤੀ ਜਾਏਗੀ। ਗ੍ਰਹਿਣੀਆਂ ਨੂੰ ਯਾਨੀ ਕਿ ਘਰੇਲੂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤੇ ਹਰ ਸਾਲ ਦੇ 8 ਸਿਲੰਡਰ ਮੁਫਤ ਦਿੱਤੇ ਜਾਣਗੇ। ਇਹਦੇ ਵਿੱਚ ਹੁਣ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਦਾ ਐਲਾਨ ਹੈ ਉਹ ਅਰਵਿੰਦ ਕੇਜਰੀਵਾਲ ਦੇ ਉਸ ਐਲਾਨ ਦੇ ਨਾਲ ਮਿਲਦਾ ਜੁਲਦਾ ਹੈ, ਜਦੋਂ ਕੇਜਰੀਵਾਲ ਨੇ 1000 ਰੁਪਇਆ ਮਹੀਨਾ ਐਲਾਨ ਜਿਹੜਾ ਕੀਤਾ ਹੋਇਆ, ਪਹਿਲਾਂ ਹੀ ਗਰੰਟੀ ਦਿੱਤੀ ਹੋਈ ਹੈ ਕਿ 1000 ਰੁਪਇਆ ਅਸੀਂ ਦਿਆ ਕਰਾਂਗੇ। ਪਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਇਸ ਐਲਾਨ ਨੂੰ ਦੱਸਿਆ ਸੀ ਕਿ ਬੀਬੀਆਂ ਨੂੰ, ਪੰਜਾਬ ਦੀਆਂ ਬੀਬੀਆਂ ਨੂੰ ਤੁਹਾਡੇ ਤੋਂ ਖੈਰਾਤ ਨਹੀਂ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਘਰ ਵਾਲੀ ਨੂੰ ਕੋਈ 1000 ਰੁਪਇਆ ਦੇਵੇ ਮੈਂ ਬਾਹਰ ਸੁੱਟ ਦਿਆਂ, ਚੱਕ ਕੇ ਗੇਟੋਂ ਬਾਹਰ ਸੁੱਟ ਦਿਆਂ।
ਖੈਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਭਰ ਦੇ ਵਿੱਚ ਕਿਸੇ ਔਰਤ ਦੇ ਨਾਮ ਜਾਇਦਾਦ ਦੀ ਰਜਿਸਟ੍ਰੇਸ਼ਨ ਦੇ ਲਈ ਕੋਈ ਫੀਸ ਨਹੀਂ ਲਈ ਜਾਏਗੀ। ਔਰਤਾਂ ਦੇ ਕੰਮ ਕਰਨ ਲਈ 2 ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਏਗਾ। ਵਿਦੇਸ਼ ਜਾਣ ਵਾਲੀਆਂ ਬੱਚੀਆਂ ਨੂੰ ਇੱਕ ਟੈਬਲੇਟ ਮੁਫਤ ਦਿੱਤੀ ਜਾਏਗੀ। ਲੜਕੀਆਂ ਖਾਸ ਕਰਕੇ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਤੰਗ ਕਰਨ ਦੀ ਸਮੱਸਿਆ ਦਾ ਸਿੱਧੂ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਅਸੀਂ 2 ਔਰਤਾਂ ਦੀਆਂ ਕਮਾਂਡੋ ਬਟਾਲੀਅਨ ਬਣਾਵਾਂਗੇ। ਹਰ ਪਿੰਡ ਦੇ ਵਿੱਚ 2 ਕਮਾਂਡੋ ਤਾਇਨਾਤ ਹੋਣਗੀਆਂ। ਇਹਨਾਂ ਕਮਾਂਡੋਜ਼ ਦੀ ਤਾਇਨਾਤੀ ਸ਼ਹਿਰਾਂ ਵਿੱਚ ਵੀ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਕਰਨ ਤੇ ਲੜਕੀਆਂ ਕਮਾਂਡੋਜ਼ ਨੂੰ ਫੋਨ ਕਰਨਗੀਆਂ ਤਾਂ ਜੋ ਮੰਚਲੇ ਲੋਕਾਂ ਨੂੰ ਸਿੱਧੇ ਕੀਤਾ ਜਾ ਸਕੇ। ਯਾਨੀ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਵਿਗੜੈਲ ਮੁੰਡੇ ਨੇ, ਮੰਚਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਛੇੜਛਾੜ ਕਰਦੇ ਨੇ, ਉਹਨਾਂ ਦੀ ਖੈਰ ਨਹੀਂ ਜੇ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਆਉਂਦੀ ਹੈ, ਕਾਂਗਰਸ ਦੀ ਸਰਕਾਰ ਆਉਂਦੀ ਹੈ। ਇਹ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ। ਉਹਨਾਂ ਫਿਰ ਇਹ ਵੀ ਦਾਅਵਾ ਕੀਤਾ ਕਿ ਸਾਰਾ ਕੁਝ ਚੋਰ ਮੋਰੀਆਂ ਬੰਦ ਕਰਕੇ ਮਾਫੀਆ ਦੀ ਜੇਬ ਚੋਂ ਕੱਢ ਕੇ ਅਸੀਂ ਕਰਾਂਗੇ। ਯਾਨੀ ਕਿ ਕੋਈ ਕਰਜ਼ਾ ਨਹੀਂ ਲਵਾਂਗੇ। ਜਿਹੜੇ ਗਲਤ ਕੰਮ ਹੁੰਦੇ ਨੇ ਉਹ ਰੋਕ ਕੇ ਅਸੀਂ ਕਰਕੇ ਦਿਖਾਵਾਂਗੇ, ਦੂਸਰੀਆਂ ਪਾਰਟੀਆਂ ਨਹੀਂ ਕਰ ਸਕੀਆਂ। ਘਰੇ ਜਿਹੜੀ ਸਾਡੀ ਧੀ ਭੈਣ ਮਾਂ ਕੰਮ ਕਰਦੀ ਹੈ ਔਰ ਘਰ ਬਣਾਉਂਦੀ ਹੈ, ਉੱਥੋਂ ਸ਼ੁਰੂ ਕਰਾਂ। ਹਰ ਮਹੀਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਡਲ ਦੇ ਤਹਿਤ 2000 ਰੁਪਏ ਦਿੱਤੇ ਜਾਣਗੇ ਔਰ 8 ਸਿਲੰਡਰ 1 ਸਾਲ ਦੇ ਫ੍ਰੀ ਦਿੱਤੇ ਜਾਣਗੇ। ਕੋਈ ਵੀ ਕੁੜੀ ਜਦੋਂ 5ਵੀਂ ਪਾਸ ਕਰੇਗੀ 5000 ਰੁਪਏ ਦਿੱਤਾ ਜਾਏਗਾ। 8ਵੀਂ ਪਾਸ ਕਰੇਗੀ 10,000 ਰੁਪਏ ਦਿੱਤਾ ਜਾਏਗਾ। 10ਵੀਂ ਪਾਸ करेगी 15,000 रुपया दिता जाएगा और एक टैबलेट दी जाएगी, कंप्यूटर टैबलेट दी जाएगी ताकि वो घरे बैठ के अगर प्राइवेट एग्जाम देना चाहे, किसी तरीके दे नाल भी इक्विप होना चाहे, इट इज अ राइट। जदों 12वीं च जाएगी तो 20,000 रुपए, और उस तो बाद अगर वो कॉलेज च जाना चाहती है तो सब तो वड्डी दिक्कत और परेशानी उन्होंने ट्रांसपोर्टेशन की आती। पिंडां चों तुर के जांदियां ने कि बस स्टैंडां ते खड़दियां ने, फिर अजीब अजीब किस्से हुंदे। ओहदी आत्मनिर्भरता नूं मद्देनजर रखते हुए हायर एजुकेशन दे वास्ते अगर वो कॉलेज च पढ़ना चाहती है, ओहदी ट्रांसपोर्टेशन का ख्याल रखते हुए एनवायरमेंट फ्रेंडली स्कूटी दी जाए कि औरतों को प्रॉपर्टी रजिस्ट्रेशन की सारी फीस माफ होएगी। ਤੇ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਐਲਾਨਾਂ ਤੋਂ ਬਾਅਦ ਗੱਲ ਉਹੀ ਹੋਈ ਹੈ ਜਿਹੜੀ ਆਪਾਂ ਹੁਣੇ ਕੀਤੀ ਸੀ। ਆਮ ਆਦਮੀ ਪਾਰਟੀ ਨੇ ਪੁਰਾਣੀ ਵੀਡੀਓ ਸਾਂਝੀ ਕਰਕੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਲਾਇਆ। ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਨਹੀਂ ਹੈ। ਕਹਿੰਦੇ ਜਿਹੜਾ ਔਰਤਾਂ ਨੂੰ 2000 ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਉਹ ਜਦੋਂ ਕੇਜਰੀਵਾਲ ਨੇ ਐਲਾਨ ਕੀਤਾ ਸੀ 1000 ਰੁਪਏ ਦੇਣ ਦਾ, ਤਾਂ ਸਿੱਧੂ ਨੇ ਕਿਹਾ ਸੀ ਕਿ ਪੰਜਾਬੀ ਭੀਖ ਨਹੀਂ ਮੰਗਦੇ, ਇਹਨਾਂ ਨੂੰ ਭੀਖ ਨਹੀਂ ਚਾਹੀਦੀ। ਸਿੱਧੂ ਨੇ ਕਿਹਾ ਸੀ ਕਿ ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1000 ਰੁਪਏ ਭੀਖ ਦਿਓਗੇ। ਤੇ ਹੁਣ ਕਹਿੰਦੇ ਸਿੱਧੂ ਨੇ ਆਪ ਹੀ ਉਹੀ ਐਲਾਨ ਕਰ ਦਿੱਤਾ ਹੈ। ਸਾਡੀ ਰੀਸ ਕੀਤੀ ਹੈ। ਪੰਜਾਬੀ ਦੀ ਇੱਕ ਕਹਾਵਤ ਹੈ, ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਨਹੀਂ ਹੈ। ਰਾਘਵ ਚੱਡਾ ਨੇ ਇਹ ਪੁਰਾਣੀ ਵੀਡੀਓ ਹੈ ਜਿਹੜੀ ਇਸ ਬਿਆਨ ਵਾਲੀ ਉਹ ਸਾਂਝੀ ਕੀਤੀ ਹੈ। 1000 ਰੁਪਇਆ ਕਿਉਂ ਬਈ? ਨਕਮੇ ਆ ਪੰਜਾਬੀ। ਪੰਜਾਬੀਆਂ ਨਾਲੋਂ ਅਣਖ ਵਾਲਾ ਬੰਦਾ ਕੋਈ ਨਹੀਂ। ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1000 ਰੁਪਏ ਦਿਓਗੇ? ਭਾਈ ਦੱਸ ਨਾ ਕਿ 1000 ਰੁਪਇਆ ਕਿਸੇ ਨੇ ਲੈਣਾ? ਮੇਰੀ ਘਰ ਵਾਲੇ ਨੂੰ ਮੈਂ ਭਗਾ ਕੇ ਮਾਰੂ। ਖਰਾਚ ਖਾਨੇ ਆ। ਪੰਜਾਬੀ ਭੀਖ ਨਹੀਂ ਮੰਗਦਾ, ਨਾ ਭੀਖ ਚਾਹੀਦੀ ਹੈ। ਸੋ ਪਹਿਲਾ ਜਿਹੜਾ ਮੇਰੀ ਅਨਾਉਂਸਮੈਂਟ ਹੈ ਕਿ ਗ੍ਰਹਿਣੀਆਂ ਦੇ ਲਈ ਉਹਨਾਂ ਨੂੰ 2000 ਰੁਪਏ ਹਰ ਮਹੀਨੇ ਉਹਨਾਂ ਦੇ ਅਕਾਊਂਟ 'ਚ ਔਰ ਉਹਦੇ ਨਾਲ 8 ਸਿਲੰਡਰ ਫ੍ਰੀ। ਸੋ ਆਮ ਆਦਮੀ ਪਾਰਟੀ ਨੇ ਜਿੱਥੇ ਸਿੱਧੂ ਦੇ ਇਸ ਐਲਾਨ ਦੇ ਉੱਤੇ ਤੰਜ ਕੱਸਿਆ ਹੈ, ਉੱਥੇ ਹੀ ਅਦਾਕਾਰ ਯੋਗਰਾਜ ਸਿੱਧੂ ਨੇ ਕਿਹਾ ਕਿ ਭਾਵੇਂ ਆਪਣੀ ਹੀ ਪਾਰਟੀ ਦੇ ਲੋਕ ਨਾਰਾਜ਼ ਕਿਉਂ ਨਾ ਹੋ ਜਾਣ, ਨਵਜੋਤ ਸਿੰਘ ਸਿੱਧੂ ਸਦਾ ਸੱਚ ਹੀ ਬੋਲੂਗਾ ਕਿਉਂਕਿ ਸਿੱਧੂ ਹਮੇਸ਼ਾ ਸੱਚ ਲਈ ਲੜਦਾ ਰਿਹਾ। ਸਿੱਧੂ ਦਾ ਸਿਆਸਤ ਵਿੱਚ ਆਉਣਾ ਕਹਿੰਦੇ ਉਹਦੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ ਤੇ ਪੰਡਤ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ, ਮੁੱਖ ਮੰਤਰੀ ਵੀ ਬਣੇਗਾ। ਯੋਗਰਾਜ ਨੇ ਕਿਹਾ ਕਿ ਮੈਨੂੰ ਸਿੱਧੂ ਨੇ ਚੋਣਾਂ ਲੜਨ ਦੇ ਲਈ ਵੀ ਕਿਹਾ ਹੈ, ਭਾਵੇਂ ਮੈਂ ਸਿਆਸਤ 'ਚ ਆਉਣਾ ਨਹੀਂ ਚਾਹੁੰਦਾ ਪਰ ਸਿੱਧੂ ਦੀਆਂ ਗੱਲਾਂ ਨੂੰ ਮੈਂ ਟਾਲ ਨਹੀਂ ਸਕਦਾ। ਸਿੱਧੂ ਤੇ ਯੋਗਰਾਜ ਦੀ ਦੋਸਤੀ ਹੈ ਜਿਹੜੀ ਉਹ ਕਾਫੀ ਪੁਰਾਣੀ ਹੈ। ਯੋਗਰਾਜ ਨੇ ਵੀ ਕਿਹਾ ਕਿ ਭੱਜੀ ਵਰਗੇ ਨੌਜਵਾਨ ਰਾਜਨੀਤੀ ਦੇ ਵਿੱਚ ਆਉਣ ਤਾਂ ਵੀ ਚੰਗਾ ਹੋਊਗਾ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਬਾਰੇ ਯੋਗਰਾਜ ਨੇ ਕਿਹਾ ਕਿ ਲੋਕਾਂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਉਣਾ ਸੀ। ਮੈਂ ਪਹਿਲਾਂ ਹੀ ਕਿਹਾ ਸੀ ਕਿ ਲੋਕ ਅੰਦੋਲਨ ਦੀ ਜ਼ਮੀਨ ਤੇ ਸਿਆਸੀ ਰਣਨੀਤੀ ਵਿਛਾ ਰਹੇ ਨੇ। ਜਦੋਂ ਮੈਂ ਬੋਲਦਾ ਸੀ ਤਾਂ ਰਾਜੇਵਾਲ ਸਾਹਿਬ ਮੈਨੂੰ ਗਾਲਾਂ ਕੱਢਦੇ ਸੀ, ਮੇਰੇ ਤੋਂ ਚਿੜਦੇ ਸੀ। ਹੁਣ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ
ਕਿ ਤੁਸੀਂ ਚੋਣਾਂ ਲੜ ਲਵੋ, ਨਵੇਂ ਲੋਕਾਂ ਨੂੰ ਸਾਹਮਣੇ ਲਿਆਓ, ਕਿਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਇਲੈਕਸ਼ਨ ਦੇ ਵਿੱਚ ਖੜਾ ਨਾ ਕਰ ਦਿਓ। ਵੈਸੇ ਵੀ ਬਹੁਤ ਫੰਡ ਆਏ ਹੋਏ ਨੇ, ਕਿਸੇ ਨੂੰ ਚਾਹ ਤੁਸੀਂ ਪਿਲਾਈ ਨਹੀਂ, ਇਸ ਲਈ ਘੱਟੋ ਘੱਟ ਚੰਗੇ ਉਮੀਦਵਾਰ ਚੋਣਾਂ ਦੇ ਵਿੱਚ ਜ਼ਰੂਰ ਖੜੇ ਕਰ ਦਿਓ। ਯੋਗਰਾਜ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੋਟਾਂ ਦੇਖ ਕੇ ਪਾਇਓ, ਸਮਝਦਾਰੀ ਦੇ ਨਾਲ ਪਾਇਓ। ਉਧਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਤਾ ਨਹੀਂ ਕਿਉਂ ਮੇਰੇ ਨਾਲ ਨਾਰਾਜ਼ ਨੇ। ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕੁਝ ਸਮੱਸਿਆ ਹੈ, ਹਾਲਾਂਕਿ ਮੇਰੇ ਉਹਨਾਂ ਦੇ ਪਰਿਵਾਰ ਦੇ ਨਾਲ ਪੁਰਾਣੇ ਸੰਬੰਧ ਨੇ, ਪਰ ਜਦੋਂ ਤੋਂ ਮੈਂ ਪੰਜਾਬ ਦਾ ਗ੍ਰਹਿ ਮੰਤਰਾਲਾ ਸੰਭਿਆ ਉਦੋਂ ਤੋਂ ਮੇਰੇ ਨਾਲ ਰੁੱਸੇ ਹੋਏ ਨੇ। ਜੇਕਰ ਉਹ ਗ੍ਰਹਿ ਮੰਤਰਾਲਾ ਚਾਹੁੰਦੇ ਨੇ ਤਾਂ ਮੈਂ 1 ਮਿੰਟ ਦੇ ਵਿੱਚ ਉਹਨਾਂ ਦੇ ਪੈਰਾਂ ਵਿੱਚ ਰੱਖ ਦਿਆਂ। ਦਰਅਸਲ ਸੁਖਜਿੰਦਰ ਰੰਧਾਵਾ ਡਰੱਗ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਉਸ ਵਕਤ ਸਿੱਧੂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ। ਮਜੀਠੀਆ ਬਾਰੇ ਵੀ ਕਿਹਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਕਹਿੰਦੇ ਮਜੀਠੀਆ ਪੰਜਾਬ ਦੇ ਵਿੱਚ ਨਹੀਂ ਹੈ, ਪਰ ਕਿਤੇ ਭਾਰਤ ਦੇ ਵਿੱਚ ਹੀ ਹੈ, ਬਾਹਰੋਂ ਜਾ ਨਹੀਂ ਸਕਦਾ। ਮਜੀਠੀਆ ਦੇ ਹਰਿਮੰਦਰ ਸਾਹਿਬ ਦੇ ਫੋਟੋ ਤੇ ਵੀਡੀਓ ਵੀ ਫਰਜ਼ੀ ਨੇ। ਜੇਕਰ ਉਹ ਪੰਜਾਬ ਦੀ ਜ਼ਮੀਨ ਤੇ ਕਿਤੇ ਵੀ ਦਿਖਾਈ ਦਿੰਦਾ ਹੈ ਤਾਂ ਅਸੀਂ ਮਿੰਟਾਂ ਦੇ ਵਿੱਚ ਜੇਲ੍ਹ ਵਿੱਚ ਡੱਕ ਦਿਆਂਗੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਦੇ ਲਈ 7ਵਾਂ ਚੋਣ ਐਲਾਨ ਕਰ ਦਿੱਤਾ ਹੈ। ਕਿਹਾ ਕਿ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਆਊਗੀ ਤਾਂ ਸਕੂਲ ਵੈਨਾਂ ਦੇ ਲਈ ਖਾਸ ਸੁਵਿਧਾ ਦੇਵਾਂਗੇ। ਸਕੂਲ ਵਾਹਨਾਂ ਨੂੰ ਸੜਕ ਤੇ ਚੱਲਣ ਦੇ ਲਈ ਰੋਡ ਟੈਕਸ ਦਾ ਭੁਗਤਾਨ ਹੋਰ ਵਪਾਰਿਕ ਵਾਹਨਾਂ ਦੇ ਨਾਲੋਂ ਘੱਟ ਕਰਨਾ ਹੋਏਗਾ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਟਰਾਂਸਪੋਰਟ ਖੇਤਰ ਨਾਲ ਜੁੜੇ ਲੋਕਾਂ ਨੂੰ ਹਰ ਪੱਖੋਂ ਰਾਹਤ ਦੇਣਾ ਸਾਡੀ ਅਹਿਮ ਪਹਿਲ ਹੋਵੇਗੀ। ਦਰਅਸਲ ਟਰਾਂਸਪੋਰਟ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦਬਦਬਾ ਹੈ ਉਹ ਹੈ ਹੀ ਬਾਦਲ ਪਰਿਵਾਰ ਦਾ। ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ ਜੇ ਜਾਂ ਕਹਿ ਲਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੇ ਟਰਾਂਸਪੋਰਟ ਮਹਿਕਮੇ ਨੂੰ, ਟਰਾਂਸਪੋਰਟ ਖੇਤਰ ਨਾਲ ਜੁੜੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇਣਗੇ ਤਾਂ ਇਹ ਰਾਹਤ ਉਹਨਾਂ ਨੂੰ ਆਪਣੇ ਆਪ ਨੂੰ ਵੀ ਮਿਲੇਗੀ। ਜਿਹੜੀਆਂ ਸਾਡੀਆਂ ਸਕੂਲ ਵੈਨਸ ਹੈ ਉਹਨਾਂ ਦੀ ਟੈਕਸੇਸ਼ਨ ਸਿਸਟਮ ਅੱਜ ਕਮਰਸ਼ੀਅਲ ਵਹੀਕਲ ਨਾਲੋਂ ਵੀ ਜ਼ਿਆਦਾ ਹੈ। ਸੋ ਸਕੂਲ ਦੀਆਂ ਵੈਨਸ ਬੱਸਾਂ ਦੀ ਟੈਕਸ ਸਿਸਟਮ, ਕਿਉਂਕਿ ਉਹ ਸੇਵਾ ਕਰ ਰਹੇ ਬੱਚਿਆਂ ਵਾਸਤੇ ਉਹ ਵੈਨਸ ਹੈ ਪੜ੍ਹਾਈ ਵਾਸਤੇ, ਉਹਨਾਂ ਦਾ ਜਿਹੜਾ ਟੈਕਸ ਹੈ ਕਮਰਸ਼ੀਅਲ ਤੇ ਦੂਜਿਆਂ ਨੂੰ ਬਹੁਤ ਘਟਾਇਆ ਜਾਊਗਾ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੋਹਾਲੀ ਤੋਂ ਕਾਂਗਰਸ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਮੈਂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ। ਉਹਨਾਂ ਨੇ ਪਾਰਟੀ ਬਦਲਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ ਕਿ ਜੋ ਲੋਕ ਇਹ ਅਫਵਾਹਾਂ ਫੈਲਾ ਰਹੇ ਨੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਪਰ ਇਹਨਾਂ ਅਫਵਾਹਾਂ ਨੂੰ ਫੈਲਾਉਣ ਦੇ ਨਾਲ ਨਾ ਤਾਂ ਮੈਂ ਕਾਂਗਰਸ ਪਾਰਟੀ ਛੱਡ ਕੇ ਜਾਣਾ ਹੈ, ਨਾ ਹੀ ਕਿਸੇ ਹੋਰ ਪਾਰਟੀ ਤੋਂ ਮੈਂ ਚੋਣ ਲੜਾਂਗਾ। ਸਾਹਿਬ ਜਿੱਥੇ ਮਰਜ਼ੀ ਚਲੇ ਜਾਣ, ਜਿੰਦਰੋਂ ਕਾਂਗਰਸ ਸੀ ਅਸੀਂ ਉਹਨਾਂ ਨਾਲ ਸੀ, ਜਦੋਂ ਕਾਂਗਰਸ ਛੱਡ ਕੇ ਚਲੇ ਗਏ ਤਾਂ ਕਾਂਗਰਸ ਪਾਰਟੀ ਨਾਲ ਨਹੀਂ ਸਰ। ਬਬਲਾ ਤੁਹਾਡੇ ਕੋਲ ਸੀ ਪਰਸੋਂ। ਨਹੀਂ ਚਲੋ ਬਬਲੇ ਦੀ ਹਰ ਬੰਦੇ ਦੀ ਆਪਣੀ ਆਪਣੀ ਸੋਚ। ਮੈਂਬਰਾਂ ਦਾ ਨਹੀਂ ਪਤਾ ਤੁਸੀਂ ਕਿ ਕੌਣ ਹੈ ਕੋਈ ਏਦਾਂ ਹੁੰਦਾ ਜਿਹੜਾ ਪਾਰਟੀ ਹਾਈ ਕਮਾਂਡ ਕੋਲ ਜਾ ਕੇ ਅਪਲਾਈ ਕਰਦਾ ਉਹਦਾ ਡਿਸਟ੍ਰਿਕਟ ਦਾ ਕੋਈ ਲਿੰਕ ਨਹੀਂ ਹੁੰਦਾ। ਨਹੀਂ ਨੌਲੇਜ ਤਾਂ ਹੋਏਗਾ ਪ੍ਰਧਾਨ ਜੀ ਨੂੰ। ਮੇਨ ਹੈ ਪ੍ਰਵਾਸ ਦਾ ਸ਼ੁਰੂ ਵਿੱਚ ਪਹਿਲੀ ਗੱਲ ਤਾਂ ਉੱਥੇ ਜਿਹੜੀ ਸਾਡੀ ਜਿਹੜੀ ਲੀਡਰਸ਼ਿਪ ਉਹਨਾਂ ਕੋਲ ਅਪਲਾਈ ਕੀਤਾ, ਨਾਲੇ ਸਟੇਟ ਲੀਡਰਸ਼ਿਪ ਕੋਲ ਅਪਲਾਈ ਕੀਤਾ। ਮੈਂ ਪਾਰਟੀ ਆਫਿਸ ਕਹਿ ਰਿਹਾ ਹਾਂ ਤੁਹਾਨੂੰ ਉਹ ਪਾਰਟੀ ਅਫਸਰ ਜਿਹਦੇ ਜਨਰਲ ਸੈਕਟਰੀ ਪੁਲਿਸ ਦਾ ਜਿਹੜਾ ਇੰਚਾਰਜ ਪਿਆ ਉਹਨਾਂ ਕੋਲ ਅਪਲਾਈ ਕੀਤਾ। ਉੱਚ ਪੰਜਾਬ ਚ ਉਹਦੇ ਬਾਰੇ ਲਿਖਣਾ ਉਹਦੀ ਡਿਸਟ੍ਰਿਕਟ ਨੂੰ ਕਿਸੇ ਨੂੰ ਇਨਫੋਰਮੇਸ਼ਨ ਨਹੀਂ। ਉਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਸਿਰਫ 6 ਦਿਨਾਂ ਬਾਅਦ ਪੰਜਾਬ ਦੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ। ਮੁੜ ਤੋਂ ਕਾਂਗਰਸ ਦੀ ਉਹਨਾਂ ਨੂੰ ਯਾਦ ਆ ਗਈ ਹੈ, ਬੜੀ ਛੇਤੀ ਯਾਦ ਆ ਗਈ ਹੈ। ਲਾਡੀ ਨੇ ਕਿਹਾ ਕਿ ਮੈਂ ਐਤਵਾਰ ਰਾਤ ਨੂੰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਵਿੱਚ ਪਰਤ ਆਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਚੋਣਾਂ ਲੜਨ ਲਈ ਕਹੇਗੀ ਤਾਂ ਮੈਂ ਜ਼ਰੂਰ ਲੜਾਂਗਾ। ਬਲਵਿੰਦਰ ਲਾਡੀ ਨੇ ਮੁੜ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਮੇਰੇ ਮਨ 'ਚ ਕੋਈ ਖਿਆਲ ਆਇਆ ਸੀ ਕਿ ਮੈਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਪਰ ਹੁਣ ਮੁੱਖ ਮੰਤਰੀ ਸਾਹਿਬ ਨੇ ਮੇਰੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਨੇ। ਹੁਣ ਮੈਂ ਕਾਂਗਰਸ ਲਈ ਡਟ ਕੇ ਕੰਮ ਕਰਾਂਗਾ। ਸੋ ਇਸ ਖਬਰ ਨੂੰ ਸੁਣ ਕੇ ਸੱਚਮੁੱਚ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇਗਾ ਕਿ ਸਿਆਸੀ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੁੰਦਾ। ਸ਼ਾਇਦ ਕੋਈ ਅਣਖਿੱਜ਼ਤ ਨਹੀਂ ਬਚਦੀ ਕਦੇ ਇਸ ਪਾਰਟੀ ਦੇ ਵਿੱਚ, ਕਦੇ ਉਸ ਪਾਰਟੀ ਦੇ ਵਿੱਚ, ਕਿਉਂਕਿ ਜੇ ਇੱਕ ਪਾਰਟੀ ਦੇ ਵਿੱਚ ਤੁਹਾਡੀ ਪੁੱਛਗਿੱਛ ਨਹੀਂ ਹੋ ਰਹੀ ਤਾਂ ਤੁਸੀਂ ਸਿਰਫ ਅਹੁਦਿਆਂ ਦੇ ਲਈ, ਟਿਕਟਾਂ ਦੇ ਲਈ ਹੀ ਸ਼ਾਇਦ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋ। ਤੁਹਾਨੂੰ ਜਿਹੜੀ ਪਾਰਟੀ ਟਿਕਟ ਦੇਵੇਗੀ ਤੁਸੀਂ ਉਸ ਪਾਰਟੀ ਦੇ ਸਿਧਾਂਤਾਂ ਨੂੰ ਜਾਣੇ ਬਗੈਰ ਉਸ ਪਾਰਟੀ ਦੇ ਵਿੱਚ ਟਪੂਸੀ ਮਾਰ ਜਾਓਗੇ। ਇਸ ਤੋਂ ਇਹੀ ਸਿੱਧ ਹੁੰਦਾ ਹੈ। ਆਮ ਆਦਮੀ ਪਾਰਟੀ ਨੇ 5 ਹੋਰ ਨਾਵਾਂ ਵਾਲੀ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 2 ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਏ ਲਾਲੀ ਮਜੀਠੀਆ ਨੂੰ ਵਿਧਾਨ ਸਭਾ ਹਲਕਾ ਮਜੀਠਾ ਤੋਂ ਟਿਕਟ ਦਿੱਤੀ ਗਈ ਹੈ। ਪਰ ਇੱਥੇ ਹੁਣ ਦਿਲਚਸਪ ਗੱਲ ਇਹ ਦੇਖਣ ਵਾਲੀ ਰਹੇਗੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਕਿਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਦਾ ਹੈ, ਕਿਉਂਕਿ ਬਿਕਰਮ ਸਿੰਘ ਮਜੀਠੀਆ ਰੂਪੋਸ਼ ਨੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ
ਕੇਸ ਦਰਜ ਹੋ ਚੁੱਕਿਆ ਹੈ ਤੇ ਵੱਡੀ ਚੁਣੌਤੀ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਣੀ ਹੋਈ ਹੈ ਸੀਟ। ਕਿਸਾਨ ਲੀਡਰ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਰਾਹੀਂ ਸਿਆਸਤ ਦੇ ਵਿੱਚ ਪੈਰ ਧਰਨ ਵਾਲੇ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਦੇ ਵੀ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਕਿਹਾ। ਸਿਆਸਤ ਤੋਂ ਹੁਣ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਕਹਿੰਦੇ ਅੰਦੋਲਨ ਦੌਰਾਨ ਲੋਕਾਂ ਦੀਆਂ ਦੋ ਹੀ ਇੱਛਾਵਾਂ ਸੀ, ਅੰਦੋਲਨ ਜਿੱਤਿਆ ਜਾਵੇ ਤੇ ਗੰਦੀ ਰਾਜਨੀਤੀ ਸਾਫ਼ ਕੀਤੀ ਜਾਵੇ। ਰਾਜੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਯੂਥ ਅੰਦਰ ਨਾਰਾਜ਼ਗੀ ਹੈ ਪਰ 22 ਜਥੇਬੰਦੀਆਂ ਚੋਣ ਲੜਨਗੀਆਂ। ਸੰਯੁਕਤ ਸਮਾਜ ਮੋਰਚਾ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਹੈ। ਸਾਡੀ ਪਾਰਟੀ ਨੇ ਚੋਣ ਨਿਸ਼ਾਨ ਅਪਲਾਈ ਕਰ ਦਿੱਤਾ। 117 ਸੀਟਾਂ ਤੇ ਚੋਣ ਲੜਨ ਦੀ ਅਸੀਂ ਤਿਆਰੀ ਕਰ ਰਹੇ ਹਾਂ। ਰਾਜੇਵਾਲ ਨੇ ਵੀ ਕਿਹਾ, ਹਾਲਾਂਕਿ ਪਿਛਲੇ ਦਿਨੀ ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਕਿਸਾਨਾਂ ਦੇ ਨਾਲ ਕੋਈ ਗੱਠਜੋੜ ਦੀ ਸੰਭਾਵਨਾ ਨਹੀਂ ਹੈ, ਪਰ ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਾਡੀ ਗੱਲ ਚੱਲ ਰਹੀ ਹੈ। ਭਾਵੇਂ ਕਿ ਹਾਲੇ ਗੱਠਜੋੜ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਕਹਿੰਦੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਵਾਪਸ ਲੈ ਸਕਦੀ ਹੈ ਕਈ ਹਲਕਿਆਂ ਤੋਂ, ਤੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਅਸੀਂ ਸਾਰੀਆਂ 117 ਸੀਟਾਂ ਤੇ ਆਜ਼ਾਦ ਚੋਣ ਲੜਾਂਗੇ। ਸੰਯੁਕਤ ਸਮਾਜ ਮੋਰਚੇ ਦੇ ਬਾਰੇ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਦੇ ਰੋਜ਼ਾਨਾ ਬਿਆਨ ਸਾਹਮਣੇ ਆ ਰਹੇ ਨੇ ਜਾਂ ਫਿਰ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਕਿ ਹਾਲੇ ਸੰਯੁਕਤ ਸਮਾਜ ਮੋਰਚਾ ਕਾਫੀ ਦੁਬਿਧਾ ਦੇ ਵਿੱਚ ਚੱਲ ਰਿਹਾ ਹੈ। ਇੱਕ ਦੋ ਜਥੇਬੰਦੀਆਂ ਛੱਡ ਵੀ ਗਈਆਂ ਨੇ, ਮੁੜ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਿਲ ਹੋ ਗਈਆਂ ਨੇ ਤੇ ਕਦੇ ਕਿਸੇ ਪਾਰਟੀ ਦੇ ਨਾਲ ਕਦੇ ਕਿਸੇ ਜਥੇਬੰਦੀ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਮੋਰਚੇ ਦੀ ਚੱਲਦੀ ਰਹਿੰਦੀ ਹੈ ਹਰ ਪਲ, ਪਰ ਗੱਲ ਹੈ ਜਿਹੜੀ ਉਹ ਕਿਸੇ ਤਣ ਪੱਤਣ ਨਹੀਂ ਲੱਗੀ ਹੈ। DSGMC ਕਮੇਟੀ ਦੇ ਵਿੱਚ ਹੁਣ 4 ਤਖਤਾਂ ਦੀ ਥਾਂ 5 ਤਖਤਾਂ ਦੇ ਜਥੇਦਾਰ ਜਨਰਲ ਹਾਊਸ ਦੇ ਮੈਂਬਰ ਹੋਣਗੇ। ਇਸ ਸੰਬੰਧੀ ਬਿੱਲ ਹੈ ਜਿਹੜਾ ਉਹ ਦਿੱਲੀ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੈ। ਬਿੱਲ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਮਨਜ਼ੂਰੀ ਵਾਸਤੇ ਭੇਜਿਆ ਜਾਵੇਗਾ। ਵਿਧਾਨ ਸਭਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਦਿੱਲੀ ਗੁਰਦੁਆਰਾ ਐਕਟ ਵਿੱਚ 5ਵੇਂ ਤਖਤ ਵਜੋਂ ਸ਼ਾਮਿਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਤੱਕ ਸ਼੍ਰੀ ਦਮਦਮਾ ਸਾਹਿਬ ਨੂੰ ਛੱਡ ਕੇ ਬਾਕੀ 4 ਤਖਤਾਂ ਦੇ ਜਥੇਦਾਰ ਜਨਰਲ ਹਾਊਸ ਦੇ ਮੈਂਬਰ ਨਾਮਜ਼ਦ ਹੁੰਦੇ ਸਨ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਐਕਟ 1971 ਵਿੱਚ ਬਣਿਆ ਸੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਤਖਤ ਦਾ ਦਰਜਾ ਬਾਅਦ ਵਿੱਚ ਦਿੱਤਾ ਗਿਆ ਸੀ। ਇਸ ਲਈ ਇਸ ਦਾ ਨਾਮ ਕਹਿੰਦੇ ਐਕਟ ਦੇ ਵਿੱਚ ਸ਼ਾਮਿਲ ਨਹੀਂ ਸੀ। ਸ਼ਤਰੰਜ ਦੀ ਵਿਸ਼ਵ ਚੈਂਪੀਅਨ ਜਲੰਧਰ ਦੀ ਬੋਲੀ ਤੇ ਗੂੰਗੀ ਖਿਡਾਰਨ ਮਲਿਕਾ ਹਾਂਡਾ ਕਾਫੀ ਗੁੱਸੇ ਦੇ ਵਿੱਚ ਹੈ। ਉਸਨੇ ਆਪਣੇ ਟਵਿੱਟਰ ਹੈਂਡਲ ਤੇ ਵੀਡੀਓ ਪੋਸਟ ਕੀਤੀ ਹੈ। ਪੋਸਟ ਵਿੱਚ ਲਿਖਿਆ ਕਿ ਮੈਂ ਬਹੁਤ ਦੁਖੀ ਹਾਂ। 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਨੂੰ ਮਿਲੀ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਨਹੀਂ ਦੇ ਸਕਦੀ, ਨਗਦ ਇਨਾਮ ਵੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਰਕਾਰ ਕੋਲ ਇਹਨਾਂ ਗੇਮਾਂ ਦੇ ਲਈ ਕੋਈ ਨੀਤੀ ਨਹੀਂ ਹੈ। ਮਲਿਕਾ ਹਾਂਡਾ ਨੇ ਲਿਖਿਆ ਕਿ ਸਾਬਕਾ ਖੇਡ ਮੰਤਰੀ ਨੇ ਮੈਨੂੰ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸਾਬਕਾ ਖੇਡ ਮੰਤਰੀ ਪੰਜਾਬ ਦੇ ਜਿਹੜੇ ਰਾਣਾ ਸੋਢੀ ਹੁੰਦੇ ਸੀ, ਪਰ ਕਹਿੰਦੇ ਹੁਣ ਜਿਹੜੇ ਖੇਡ ਮੰਤਰੀ ਹੈਗੇ ਨੇ ਇਸ ਵਕਤ ਖੇਡ ਮੰਤਰੀ ਪ੍ਰਗਟ ਸਿੰਘ ਨੇ, ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਕਹਿੰਦੇ ਮੇਰੇ ਕੋਲ ਸੱਦਾ ਪੱਤਰ ਵੀ ਹੈ ਤੇ ਪਰ ਕੋਵਿਡ ਕਰਕੇ ਮਾਮਲਾ ਲਟਕ ਗਿਆ। ਹੁਣ ਜਦੋਂ ਮੈਂ ਮੌਜੂਦਾ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਮਿਲੀ ਹਾਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਜਿਹਾ ਕੋਈ ਐਲਾਨ ਨਹੀਂ ਕੀਤਾ, ਸਰਕਾਰ ਕੁਝ ਨਹੀਂ ਕਰ ਸਕਦੀ। ਮਲਿਕਾ ਨੇ ਪੁੱਛਿਆ ਕਿ ਮੈਂ ਸਿਰਫ ਇਹ ਪੁੱਛ ਰਹੀ ਹਾਂ ਜਦੋਂ ਪੂਰਾ ਹੀ ਨਹੀਂ ਹੋਣਾ ਸੀ ਤਾਂ ਐਲਾਨ ਕਿਉਂ ਕੀਤਾ ਗਿਆ। ਕਾਂਗਰਸ ਸਰਕਾਰ ਵਿੱਚ ਮੇਰਾ 5 ਸਾਲ ਦਾ ਸਮਾਂ ਬਰਬਾਦ ਹੋ ਗਿਆ, ਮੈਨੂੰ ਮੂਰਖ ਬਣਾਇਆ ਗਿਆ। ਗੂੰਗੇ ਖਿਡਾਰੀਆਂ ਦੀ ਪਰਵਾਹ ਨਹੀਂ ਕਰਦੇ। ਜ਼ਿਲ੍ਹਾ ਕਾਂਗਰਸ ਨੇ ਵੀ ਮੈਨੂੰ ਦੱਸਿਆ ਕਿ 5 ਸਾਲ ਪਹਿਲਾਂ ਕੀਤੇ ਵਾਅਦਿਆਂ ਦਾ ਕੋਈ ਮਤਲਬ ਹੀ ਨਹੀਂ ਬਣਦਾ। ਪੰਜਾਬ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ, ਆਖਿਰਕਾਰ ਕਿਉਂ? ਸੋ ਪੰਜਾਬ ਸਰਕਾਰ ਨੂੰ ਇਸ ਖਿਡਾਰਨ ਦੀ ਵਿਸ਼ਵ ਚੈਂਪੀਅਨ ਦੀ ਜ਼ਰੂਰ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਐਲਾਨ ਤਾਂ ਸਰਕਾਰ ਨੇ ਹੀ ਕੀਤਾ ਹੈ। ਜੇ ਕੋਈ ਖੇਡ ਮੰਤਰੀ ਬਦਲ ਗਿਆ ਹੈ ਤਾਂ ਕੀ ਜਿਹੜੇ ਸਾਬਕਾ ਖੇਡ ਮੰਤਰੀ ਨੇ ਉਹਨਾਂ ਦਾ ਐਲਾਨ ਕੋਈ ਮਾਇਨੇ ਨਹੀਂ ਰੱਖਦਾ? ਸੋ ਖਿਡਾਰਨ ਦੁਖੀ ਹੈ, ਜ਼ਰੂਰ ਜਿਹੜੀ ਇਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਪੰਜਾਬ ਤੋਂ ਕੁਝ ਹਾਦਸਿਆਂ ਦੀਆਂ ਖਬਰਾਂ ਨੇ। ਬਠਿੰਡਾ ਦੇ ਮੌੜ ਮੰਡੀ ਤੋਂ ਖਬਰ ਹੈ ਜਿੱਥੇ ਸੋਮਵਾਰ ਸਵੇਰੇ ਇੱਕ ਸਕੂਲ ਵੈਨ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋ ਗਈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਵੈਨ ਚਾਲਕ ਸਣੇ ਕਰੀਬ ਦਰਜਨ ਬੱਚੇ ਜ਼ਖਮੀ ਹੋ ਗਏ ਨੇ। ਹੋਰ ਹਾਦਸਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ 54 ਤੇ ਵਾਪਰਿਆ। ਪਿੰਡ ਠੱਠੀਆਂ ਮਹੰਤਾਂ ਦੇ ਨੇੜੇ ਇੱਕ ਕਾਰ ਟਰਾਲੀ ਦੇ ਨਾਲ ਟਕਰਾ ਗਈ। ਪਤੀ ਪਤਨੀ ਸਮੇਤ 3 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਤੇ ਪੁੱਤਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪਟਿਆਲਾ ਤੋਂ ਵੀ ਹਾਦਸੇ ਦੀ ਖਬਰ ਹੈ ਜਿੱਥੇ ਸੰਗਰੂਰ ਰੋਡ ਤੇ ਸਥਿਤ ਪਸਿਆਣਾ ਵਾਲੇ ਪੁਲਾਂ ਦੇ ਕੋਲ ਇੱਕ ਕਾਰ ਭਾਖੜਾ ਨਹਿਰ ਦੇ ਵਿੱਚ ਡਿੱਗ ਪਈ। ਪੁਲਿਸ ਦੇ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਦੇ ਮੁਤਾਬਿਕ ਇਸ ਕਾਰ ਦੇ ਵਿੱਚ ਰਾਮਪੁਰਾ ਫੂਲ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 4 ਮੈਂਬਰ ਸਵਾਰ ਸਨ, ਜਿਨ੍ਹਾਂ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੀਆਂ 2 ਧੀਆਂ ਸ਼ਾਮਿਲ ਸਨ। ਪੁਲਿਸ ਦੇ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੇ ਪਰਿਵਾਰ ਦੀ ਭਾਲ ਸ਼ੁਰੂ ਕੀਤੀ ਗਈ, ਪਰ ਖਬਰਾਂ ਪੜ੍ਹੇ ਜਾਣ ਤੱਕ ਕੋਈ ਹੋਰ ਅਪਡੇਟ ਨਹੀਂ ਮਿਲ ਸਕੀ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪਿਛਲੇ 6 ਸਾਲਾਂ
ਸਾਲਾਂ ਦੇ ਵਿੱਚ ਰਾਜਧਾਨੀ ਦੇ ਵਿੱਚ ਦਾਖਲ ਹੋਣ ਵਾਲੇ ਡੀਜ਼ਲ ਗਜ਼ਲਿੰਗ ਟਰੱਕਾਂ ਦੇ ਵੱਲੋਂ ਵਾਤਾਵਰਣ ਦੇ ਮੁਆਵਜ਼ੇ ਦੇ ਤੌਰ ਤੇ 1298 ਕਰੋੜ ਰੁਪਏ ਜਿਹੜੇ ਇਕੱਠੇ ਕੀਤੇ ਨੇ, ਉਹਦੇ ਵਿੱਚੋਂ ਸਿਰਫ 21% ਹੀ ਖਰਚਾ ਕੀਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਦੱਖਣੀ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਵਾਤਾਵਰਣ ਸੰਬੰਧੀ ਸੈਸ ਇਕੱਠਾ ਕਰਦੀ ਹੈ ਤੇ ਇਸ ਪੈਸੇ ਨੂੰ ਟਰਾਂਸਪੋਰਟ ਵਿਭਾਗ ਦੇ ਕੋਲ ਜਮ੍ਹਾਂ ਕਰਵਾਉਂਦੀ ਹੈ। ਸਮਾਜਿਕ ਕਾਰਕੁਨ ਅਮਿਤ ਗੁਪਤਾ ਦੇ ਵੱਲੋਂ ਦਾਇਰ ਕੀਤੀ ਗਈ ਆਰਟੀਆਈ ਦੇ ਜਵਾਬ ਦੇ ਮੁਤਾਬਿਕ 20 ਨਵੰਬਰ 2015 ਤੋਂ ਦਿੱਲੀ ਸਰਕਾਰ ਨੇ ਹਰੇ ਪ੍ਰੋਜੈਕਟਾਂ ਤੇ ਲਾਏ ਵਾਤਾਵਰਣ ਸੈਸ ਵਜੋਂ 1298 ਕਰੋੜ ਰੁਪਏ ਇਕੱਠੇ ਕੀਤੇ, ਪਰ ਉਹਦੇ ਵਿੱਚੋਂ ਸਿਰਫ 281 ਕਰੋੜ 50 ਲੱਖ ਰੁਪਏ ਹੀ ਵਰਤੇ ਨੇ। ਇਸੇ ਤਰ੍ਹਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰਾਂ ਨੇ ਦੂਸਰੇ ਐਮਰਜੈਂਸੀ ਕੋਵਿਡ-19 ਪੈਕੇਜ ਦੇ ਵਿੱਚੋਂ ਸਿਰਫ 17% ਰਕਮ ਦਾ ਇਸਤੇਮਾਲ ਸਿਹਤ ਵਿਵਸਥਾ ਦੇ ਬੁਨਿਆਦੀ ਢਾਂਚੇ ਤੇ ਖਰਚ ਕੀਤਾ ਹੈ। ਯਾਨੀ ਕਿ ਮੋਦੀ ਸਰਕਾਰ ਨੇ ਜਿਹੜਾ ਫੰਡ ਦਿੱਤਾ ਸੀ, ਜਿਹੜਾ ਵਿਸ਼ੇਸ਼ ਪੈਕੇਜ ਦਿੱਤਾ ਸੀ ਕਰੋਨਾ ਵਾਇਰਸ ਨੂੰ ਲੈ ਕੇ, ਉਹਦੇ ਵਿੱਚੋਂ ਸੂਬਿਆਂ ਦੀਆਂ ਸਰਕਾਰਾਂ ਨੇ ਸਿਰਫ 17% ਪੈਸਾ ਹੀ ਖਰਚ ਕੀਤਾ ਹੈ ਤੇ ਬਾਕੀ ਦਾ ਜਿਹੜਾ ਪੈਸਾ ਹੈ ਉਹ ਕਿੱਥੇ ਖਰਚ ਕੀਤਾ ਹੈ ਜਾਂ ਫਿਰ ਕੀਤਾ ਹੀ ਨਹੀਂ, ਸਾਂਭ ਕੇ ਕਿਉਂ ਰੱਖਿਆ ਹੈ, ਇਸ ਬਾਰੇ ਸਵਾਲ ਜ਼ਰੂਰ ਉੱਠਦੇ ਨੇ। ਜੰਮੂ ਕਸ਼ਮੀਰ ਤੋਂ ਖਬਰ ਹੈ, ਜਿੱਥੇ ਸੀਮਾ ਸੁਰੱਖਿਆ ਬਲ ਨੇ ਸਾਂਬਾ ਜ਼ਿਲ੍ਹੇ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਨਸ਼ੀਲੇ ਪਦਾਰਥ ਹੈਰੋਇਨ ਦੀ ਖੇਪ ਹਥਿਆਰਾਂ ਸਣੇ ਜ਼ਬਤ ਕੀਤੀ ਹੈ। ਬੋਰੇ ਦੇ ਵਿੱਚੋਂ 5 ਮੈਗਜ਼ੀਨ, 3 AK ਰਾਈਫਲਾਂ, 7 ਗੋਲੀਆਂ ਦੇ ਨਾਲ 4 ਪਿਸਤੌਲਾਂ, 5 ਪੈਕੇਟ ਹੈਰੋਇਨ ਤੇ ਕੁਝ ਗੋਲਾ ਬਾਰੂਦ ਮਿਲਿਆ ਹੈ। ਅਧਿਕਾਰੀਆਂ ਦੇ ਮੁਤਾਬਿਕ ਗਸ਼ਤ ਕਰਦਿਆਂ ਜਵਾਨਾਂ ਨੂੰ ਬੋਰਾ ਮਿਲਿਆ ਜਿਸ ਤੇ ਕਰਾਚੀ ਫਰਟੀਲਾਈਜ਼ਰਸ ਕੰਪਨੀ ਲਿਮਟਿਡ ਲਿਖਿਆ ਹੋਇਆ ਸੀ, ਯਾਨੀ ਕਿ ਪਾਕਿਸਤਾਨ ਦੇ ਸ਼ਹਿਰ ਕਰਾਚੀ ਦਾ ਨਾਮ ਲਿਖਿਆ ਹੋਇਆ ਤੇ ਇਸ ਤੋਂ ਸਿੱਧ ਹੁੰਦਾ ਹੈ ਸੁਰੱਖਿਆ ਬਲਾਂ ਦੇ ਮੁਤਾਬਿਕ ਇਹ ਪਾਕਿਸਤਾਨ ਤੋਂ ਹੀ ਆਈ ਹੋਈ ਖੇਪ ਹੈ। ਅਗਲੀ ਅਹਿਮ ਖਬਰ ਧਰਮ ਸੰਸਦ ਮਾਮਲੇ ਦੇ ਨਾਲ ਜੁੜੀ ਹੋਈ ਹੈ। ਹਰਿਦੁਆਰ ਦੇ ਵਿੱਚ ਜਿਹੜੀ ਧਰਮ ਸੰਸਦ ਕੀਤੀ ਗਈ ਸੀ, ਜਿਸ ਦੇ ਵਿੱਚ ਇੱਕ ਖਾਸ ਫਿਰਕੇ ਦੇ ਲੋਕਾਂ, ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਖਿਲਾਫ ਬਹੁਤ ਹੀ ਨਫ਼ਰਤੀ ਤੇ ਭੜਕਾਊ ਭਾਸ਼ਣ ਦਿੱਤੇ ਗਏ ਸੀ, ਉਸ ਮਾਮਲੇ ਦੇ ਵਿੱਚ ਦੂਸਰੀ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਦੂਜੀ FIR ਐਤਵਾਰ ਨੂੰ ਹਰਿਦੁਆਰ ਦੇ ਜਵਾਲਾਪੁਰ ਥਾਣਾ ਇਲਾਕੇ ਦੇ ਵਸਨੀਕ ਨਦੀਮ ਅਲੀ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ। ਦੂਸਰੀ FIR ਦੇ ਵਿੱਚ 10 ਲੋਕਾਂ ਦੇ ਨਾਮ ਨੇ, ਜਿਹਦੇ ਵਿੱਚ ਪ੍ਰੋਗਰਾਮ ਦੇ ਪ੍ਰਬੰਧਕ ਯਤੀ ਨਰਸਿਮਾਨੰਦ ਗਿਰੀ, ਜਤਿੰਦਰ ਨਾਰਾਇਣ ਤਿਆਗੀ, ਜਿਸ ਨੂੰ ਪਹਿਲਾਂ ਵਸੀਮ ਰਿਜ਼ਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਸਿੰਧੂ ਸਾਗਰ ਧਰਮਦਾਸ, ਪਰਮਾਨੰਦ ਸਾਧਵੀ, ਅੰਨਪੂਰਨਾ, ਆਨੰਦ ਸਵਰੂਪ, ਅਸ਼ਵਨੀ ਉਪਾਧਿਆਏ, ਸੁਰੇਵ ਚਵਾਨ ਤੇ ਪ੍ਰਬੋਧਾਨੰਦ ਗਿਰੀ ਸ਼ਾਮਿਲ ਨੇ। ਸਾਰੇ ਵੱਖ-ਵੱਖ ਮੱਠਾਂ ਦੇ ਨਾਲ, ਵੱਖ-ਵੱਖ ਜਿਹੜੇ ਅਖਾੜਿਆਂ ਦੇ ਨਾਲ ਜੁੜੇ ਹੋਏ ਲੋਕ ਨੇ, ਹਿੰਦੂ ਸੰਸਥਾਵਾਂ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਆਪਣੇ ਆਪ ਨੂੰ ਧਰਮ ਗੁਰੂ ਦੱਸਦੇ ਨੇ। ਵਿਦੇਸ਼ੀ ਫੰਡਿੰਗ ਲਾਇਸੈਂਸ ਖਤਮ ਹੋਣ ਤੋਂ ਬਾਅਦ ਚੈਰਿਟੀ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਸਾਡਾ ਕੰਮ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਹੋਵੇਗਾ। 1 ਜਨਵਰੀ 2022 ਤੋਂ ਆਕਸਫੈਮ ਸਮੇਤ 5000 ਤੋਂ ਵੱਧ ਜਿਹੜੀਆਂ NGOs ਨੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ। ਸੰਸਥਾ ਨੇ ਕਿਹਾ ਕਿ ਇਸ ਪਾਬੰਦੀ ਨੂੰ ਹਟਾਉਣ ਦੇ ਲਈ ਅਸੀਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਾਂਗੇ। ਦਰਅਸਲ ਇਹ ਸੰਸਥਾ ਆਕਸਫੈਮ ਹੈ ਜਿਹੜੀ ਉਹ ਅਮਰੀਕਾ ਬੇਸਡ NGO ਹੈਗੀ ਹੈ ਤੇ ਭਾਰਤ ਦੇ ਵਿੱਚ ਇਹ ਚੈਰਿਟੀ ਦੇ ਕਾਫੀ ਕੰਮ ਕਰਦੀ ਹੈ। ਕੇਂਦਰ ਸਰਕਾਰ ਨੇ ਮਦਰ ਟੈਰੇਸਾ ਦੀ ਸੰਸਥਾ ਦਾ ਮਿਸ਼ਨਰੀਜ਼ ਆਫ ਚੈਰਿਟੀ ਸਮੇਤ ਕਈ NGOs ਦੇ ਵਿਦੇਸ਼ੀ ਫੰਡਿੰਗ ਲਾਇਸੈਂਸ ਰੱਦ ਕੀਤੇ ਨੇ। ਮਦਰ ਟੈਰੇਸਾ ਦੀ ਸੰਸਥਾ ਦੇ ਲਾਇਸੈਂਸ ਦੀ ਅਰਜ਼ੀ ਰੱਦ ਕਰਨ ਦੇ ਪਿੱਛੇ ਗ੍ਰਹਿ ਮੰਤਰਾਲੇ ਨੇ ਪ੍ਰਤੀਕੂਲ ਇਨਪੁਟ ਹੋਣ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਨੇ ਲਾਇਸੈਂਸ ਰੀਨਿਊ ਕਰਵਾਉਣ ਦੇ ਲਈ ਦਿੱਤੇ ਹੀ ਨਹੀਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।